ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ, ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਿਸੇ ਸਮੇਂ ਵੀ ਜਿਹੜੀਆਂ ਸੰਭਵ ਨੇ, ਉਸ ਦੇ ਲਈ ਜਿਹੜੀ ਕਾਰਗੁਜ਼ਾਰੀ ਹੈਗੀ ਜਾਂ ਕੰਮਕਾਜ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈਗਾ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਮੌਜੂਦਾ ਪ੍ਰਬੰਧ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਪਾਵਨ ਸਰੂਪਾਂ ਦੀ ਗਾਇਬ ਹੋਣ ਦਾ ਮਸਲਾ ਗਾ, ਤੇ ਉਹਦੇ ਬਾਅਦ ਜੋ ਸਿੱਖ ਸੰਗਤਾਂ ਵੱਲੋਂ ਇਨਸਾਫ ਦੇ ਲਈ ਉੱਥੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹਿਸਾਬ ਕਿਤਾਬ ਪੁੱਛਿਆ ਗਿਆ ਤਾਂ ਉਹਦੇ ਬਾਅਦ ਜੋ ਕੁਝ ਟਾਸਕ ਫੋਰਸ ਨੇ ਕੀਤਾ ਗਾ, ਇਹ तमाम ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰ ਸਰਦਾਰ ਅਮਰਿੰਦਰ ਸਿੰਘ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਧੰਨਵਾਦ ਜੀ, ਬਹੁਤ ਬਹੁਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਜਿਹੜਾ ਕੰਮਕਾਜ ਉਹ ਸ਼ੁਰੂ ਹੋ ਗਿਆ ਗਾ, ਤਾਂ ਸਭ ਤੋਂ ਪਹਿਲਾਂ ਤਾਂ ਇਹ ਚਰਚਾ ਚੱਲ ਰਹੀ ਸੀ ਲੰਮੇ ਸਮੇਂ ਤੋਂ ਕਿ ਇਲੈਕਸ਼ਨ ਡਿਊ ਨੇ, ਡਿਲੇ ਨੇ, ਪਰ ਜਿਹੜੀ ਮੌਜੂਦਾ ਧਿਰ ਹੈਗੀ ਉਹਨਾਂ ਦਾ ਕਹਿਣਾ ਸੀ ਕਿ ਇਲੈਕਸ਼ਨ ਡਿਊ ਨਹੀਂ ਸੀ, ਸੁਪਰੀਮ ਕੋਰਟ ਦੇ ਵਿੱਚ ਕੇਸ ਸੀਗਾ, ਇਸ ਕਰਕੇ ਮੌਜੂਦਾ ਜਿਹੜਾ ਪ੍ਰਬੰਧ ਹੈਗਾ ਉਸ ਹਿਸਾਬ ਨਾਲ ਚੱਲ ਹੀ ਨਹੀਂ ਰਿਹਾ ਸੀ। ਤੇ ਇਲੈਕਸ਼ਨ ਸੱਚਮੁੱਚ ਹੀ ਡਿਲੇ ਸੀ ਜਾਂ ਜਿਹੜਾ ਸੀ ਜੋ ਮੌਜੂਦਾ ਪ੍ਰਬੰਧਕ ਕਮੇਟੀ ਦਾ ਤਰਕ ਹੈ ਉਹ ਸਹੀ ਹੈਗਾ? ਦੇਖੋ, ਫੈਕਚੁਅਲ ਪੋਜੀਸ਼ਨ ਤਾਂ ਇਹ ਹੈ ਕਿ 2011 ਦੇ ਵਿੱਚ ਲਾਸਟ ਜਿਹੜੀ ਇਲੈਕਸ਼ਨ ਆ ਹੋਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਸੀਗੇ ਉਹਦੇ ਵਿੱਚ 2011 ਤੋਂ ਪਹਿਲਾਂ ਵੀ ਉਹੀ ਰੂਲਿੰਗ 'ਚ ਸੀਗੇ, ਤੇ 2011 ਤੋਂ ਬਾਅਦ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਮੈਂਬਰਸ ਹੈ ਉਹੀ ਜਿੱਤ ਕੇ ਉੱਥੋਂ ਆਏ ਸੀਗੇ। ਤੇ ਇਸ ਕਨਸੈਪਟ ਦੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਸੇਮ ਪਾਰਟੀ ਹੈ, ਸੇਮ ਮੈਂਬਰਸ ਹੈ, ਮੈਜੋਰਿਟੀ ਆਫ ਦੀ ਮੈਂਬਰਸ ਉਹ ਸੇਮ ਹੀ ਹੈ ਜਿਹੜੇ ਰੀ-ਇਲੈਕਟ ਹੋਏ ਸੀਗੇ। ਤੇ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ 2011 'ਚ ਇਲੈਕਸ਼ਨ ਹੋਈ ਸੀ, ਤੇ ਟੈਕਨੀਕਲੀ ਮਤਲਬ 5 ਸਾਲ ਦਾ ਹਾਊਸ ਦੀ ਜਿਹੜੀ ਹੈ ਟੈਨਿਓਰ ਹੁੰਦੀ ਹੈ, ਤੇ ਉਹ 2016 ਤੋਂ ਐਕਸਪਾਇਰ ਹੋ ਜਾਣੀ ਸੀਗੀ। ਲੇਕਿਨ ਉਹਦੇ ਵਿੱਚ ਕੋਈ ਲੀਗਲ ਟੈਂਗਲਸ ਆ ਗਈਆਂ ਤੇ ਕੁਝ ਮੈਂਬਰਸ ਜਿਹੜੇ ਆ ਸੁਪਰੀਮ ਕੋਰਟ ਚਲੇ ਗਏ, ਉਹਦੇ ਦਰਮਿਆਨ ਹਰਿਆਣਾ ਗੁਰਦੁਆਰਾ ਬੋਰਡ ਬਣ ਗਿਆ, ਉਸ ਨੂੰ ਲੈ ਕੇ ਐਜੀਟੇਸ਼ਨ ਸ਼ੁਰੂ ਹੋਈ ਤੇ ਉਸ ਦੇ ਲਈ ਉਹ ਜਿਹੜਾ ਹਾਊਸ ਦੀ ਵਰਕਿੰਗ ਤੇ ਸਟੇ ਲਾਤੀ ਗਈ। ਲੇਕਿਨ ਜਿਹੜਾ ਕੰਟਰੋਲ ਸੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲ ਹੀ ਰਿਹਾ। ਹੁਣ ਮੱਕੜ ਸਾਹਿਬ ਜੇ ਪ੍ਰਧਾਨ ਸੀਗੇ ਤੇ ਉਹ ਸ਼੍ਰੋਮਣੀ ਔਨ ਬਿਹਾਫ ਆਫ ਹੀ ਵਾਸ ਵਰਕਿੰਗ ਔਨ ਬਿਹਾਫ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ, ਤੇ ਉਹਨੂੰ ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਦੇ ਕਿ ਜੀ ਸਾਡੇ ਬੰਦਿਆਂ ਦੇ ਕੋਲ ਪ੍ਰਬੰਧ ਨਹੀਂ ਸੀ, ਤੇ ਉਹ ਗੱਲ ਜਿਹੜੀ ਹੈ ਵਾਜਬ ਨਹੀਂ ਹੈ। ਇਸੇ ਇਸ਼ੂ ਨੂੰ ਐਜੀਟੇਟ ਕਰਕੇ ਉਹ ਅੱਜ ਤੱਕ ਇਹੀ ਕਹਿੰਦੇ ਆ ਰਹੇ ਕਿ ਅਜੇ ਇਲੈਕਸ਼ਨ ਡਿਊ ਨਹੀਂ ਹੈ, ਜਦੋਂ ਕਿ 11 ਤੋਂ ਲੈ ਕੇ ਹੁਣ ਤੱਕ 9 ਸਾਲ ਦਾ ਟਰਮ ਜਿਹੜੀ ਹੈ 4 ਸਾਲ 4.5 ਸਾਲ ਉੱਪਰ ਚਲਾ ਗਿਆ। ਤੇ ਮਤਲਬ 100 ਸਾਲ ਦੇ SGPC ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਮੈਂ ਸਮਝਦਾ ਕਿ ਹੋਏਗਾ ਕਿ ਜਦੋਂ ਸੈਂਟਰਲ ਗਵਰਨਮੈਂਟ ਨੇ ਇਲੈਕਸ਼ਨਸ ਜਿਹੜੀਆਂ ਵਿਦਆਊਟ ਦੀ ਰਿਕਮੈਂਡੇਸ਼ਨ ਆਫ SGPC ਹਾਊਸ ਅਨਾਊਂਸ ਕੀਤੀਆਂ। ਇਲੈਕਸ਼ਨ ਤਾਂ ਨਹੀਂ ਅਨਾਊਂਸ ਕੀਤੀ, ਮਤਲਬ ਉਹਦਾ ਪ੍ਰੋਸੈਸ ਜਿਹੜਾ ਇਨੀਸ਼ੀਏਟ ਕੀਤਾ। ਤੇ ਉਸ ਐਂਗਲ ਨੂੰ ਦੇਖਦੇ ਹੋਏ ਮੈਂ ਸਮਝਦਾ ਇੱਕ ਨਵਾਂ ਇਤਿਹਾਸ ਜਿਹੜਾ ਹੈਗਾ ਉਹ SGPC ਦੇ ਵਿੱਚ ਸਿਰਜਿਆ ਗਿਆ ਇਹ। ਤੇ ਪਬਲਿਕ ਦੇ ਆਵਾਜ਼ ਨੂੰ ਦੇਖਦੇ ਹੋਏ ਮੋਦੀ ਸਾਹਿਬ ਨੇ ਖੁਦ ਇਹਦੇ ਵਿੱਚ ਇਨੀਸ਼ੀਏਟਿਵ ਲੈ ਕੇ ਇਹਨੂੰ ਕੀਤਾ। ਭਾਵੇਂ ਇਲੈਕਸ਼ਨ ਕਰਾਉਂਦੇ ਮੈਂ ਸਮਝਦਾ ਕਿ ਉਹ ਸਾਲ ਲੰਘਾ ਹੀ ਦੇਣਗੇ, ਲੇਕਿਨ ਉਹਦਾ ਜਿਹੜਾ ਪ੍ਰੋਸੈਸ ਇਨੀਸ਼ੀਏਟ ਕਰ ਲਿਆ ਇਹ ਹੀ ਇੱਕ ਮਤਲਬ ਵੱਡਾ ਇਨਸੀਡੈਂਟ ਹੈਗਾ। ਤੇ ਜਿਹੜੀ ਦੂਜੀ ਗੱਲ ਤੁਸੀਂ ਪਾਵਨ ਸਰੂਪ ਵਾਲੀ ਗੱਲ ਕੀਤੀ ਹੈ, ਦੇਖੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ SGPC ਜਿਹੜਾ ਹੈਗਾ ਉਹ ਕਸਟੋਡੀਅਨ ਆਫ ਦੀ ਗੁਰਦੁਆਰਾਸ ਹੈਗਾ, ਤੇ ਗੁਰਦੁਆਰੇ ਦੀ ਜਿਹੜੀ ਮਤਲਬ ਸਾਰਾ ਵਰਕਿੰਗ ਹੈਗੀ ਆ ਉਹ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਹੀ ਘੁੰਮਦੀ ਆ। ਉਹਦੀ ਮੈਨੇਜਮੈਂਟ, ਉਹਦੀ ਵਿਚਾਰਧਾਰਾ ਦੀ ਪ੍ਰੋਪੋਗੇਸ਼ਨ, ਕੀਰਤਨ ਦੀ ਪ੍ਰੋਪੋਗੇਸ਼ਨ, ਹੋਰ ਗੁਰਦੁਆਰਾ ਦਾ ਜਿਹੜਾ ਕੰਸੈਪਟ ਹੈ ਉਸ ਨੂੰ ਉਹਨਾਂ ਨੇ ਸਾਂਭ ਸੰਭਾਲ ਕਰਨੀ ਹੈ। ਤੇ ਉਸ ਦੇ ਵਿੱਚ ਜੇ SGPC ਦੇ ਕੋਲੋਂ ਹੀ ਐਸੀ ਕੁਤਾਹੀ ਹੋ ਜਾਂਦੀ ਹੈ ਕਿ ਮੈਂ ਸਮਝਦਾ ਕਿ ਬਈ ਸੈਂਕੜਿਆਂ ਦੀ ਹਜ਼ਾਰ ਨਾ ਵੀ ਮੰਨੀਏ ਤਾਂ 100 ਦੇ ਹਿਸਾਬ ਨਾਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈ ਸਰੂਪ ਜਿਹੜੇ ਆ ਅਨਅਕਾਊਂਟਡ ਹੋ ਗਏ ਕਿ ਵੀ ਉਹ ਕਿੱਥੇ ਚਲੇ ਗਏ। ਪਹਿਲੀ ਗੱਲ ਤਾਂ SGPC ਨੇ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕੀਤਾ ਕਿ ਪ੍ਰਿੰਟਿੰਗ ਰਾਈਟ ਕੇਵਲ SGPC ਕੋਲ ਹੀ ਹੋਏਗਾ ਜੀ। ਉਹ ਜਦੋਂ ਪ੍ਰਿੰਟਿੰਗ ਰਾਈਟ ਹੀ SGPC ਕੋਲ ਆਉਂਦਾ ਤੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਹੋਰ ਵੀ ਵੱਧ ਜਾਂਦੀ ਹੈ ਕਿ ਬਈ ਹੁਣ ਅਸੀਂ ਹੀ ਇਹਦੇ ਲਈ ਰਿਸਪੌਂਸੀਬਲ ਹੋਵਾਂਗੇ, ਤੇ ਉਸ ਜ਼ਿੰਮੇਵਾਰੀ ਨੂੰ ਮਤਲਬ ਰਿਸਪੌਂਸੀਬਲੀ ਉਹਨੂੰ ਐਗਜ਼ੀਕਿਊਟ ਕਰਨ ਦੀ ਜਾਂ ਉਹ ਹੋਰ ਅਵੇਸਲੇ ਹੋ ਜਾਂਦੇ ਆ। ਤੇ ਐਸੇ ਸਾਡੇ ਸਾਹਮਣੇ ਇਨਸੀਡੈਂਟਸ ਆਏ ਆ ਕਿ ਬਈ ਸਰੂਪ ਜਿਹੜੇ ਆ ਪਬਲਿਸ਼ ਹੋਏ ਨਹੀਂ ਹੋਏ, ਕਿੱਦਾਂ ਉਹ ਸਾਰਾ ਕੁਝ ਹੋਇਆ, ਤੇ ਉਹਦੇ ਰਿਕਾਰਡ ਦੇ ਵਿੱਚ ਉਹ ਹੇਰਾ ਫੇਰੀਆਂ ਕੀਤੀਆਂ ਗਈਆਂ, ਤੇ ਇੱਕ ਵਾਰੀ ਨਹੀਂ ਕੀਤੀਆਂ ਗਈਆਂ, ਫॉर ਮਤਲਬ ਕੰਟੀਨਿਊਟੀ ਦੇ ਵਿੱਚ ਦੇਖੀਏ ਤਾਂ ਕਈ ਸਾਲ ਚੱਲਦਾ ਰਿਹਾ ਉਹ ਕੰਮ।
ਜੀ ਸੋ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਥੇਦਾਰ ਸਾਹਿਬ ਨੇ ਆਪਣਾ ਹਰਪ੍ਰੀਤ ਸਿੰਘ ਨੇ ਜਿਹੜੀ ਕਮੇਟੀ ਬਣਾਈ ਹੈ ਉਹਨੇ ਕਿਹਾ ਕਿ ਬਈ ਇਹ ਕਈ ਸਾਲ 3-4 ਸਾਲ ਤੋਂ ਇਹ ਕੰਟੀਨਿਊਸਲੀ ਪ੍ਰੋਸੈਸ ਚੱਲ ਰਿਹਾ ਹੈ। ਤਾਂ ਇੰਨੀ ਦੇਰ ਦੀ ਅਣਗਹਿਲੀ ਜਿਹੜੀ ਹੈ ਉਸ ਨੂੰ ਕੌਣ ਬੰਦਾ ਕਹੇਗਾ ਕਿ ਬਈ ਇਹ ਮੇਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਣਗਹਿਲੀ ਹੋਈ ਹੈ। ਤੇ ਜੇ ਲੋਕੀ ਉਹਦਾ ਸਵਾਲ ਜਵਾਬ ਕਰ ਰਹੇ ਆ ਤੇ ਉਹਨਾਂ ਦੇ ਨਾਲ ਫਿਰ ਇਸ ਤਰੀਕੇ ਨਾਲ ਕੁੱਟਮਾਰ ਕਰਨੀ ਇਹ ਉਸ ਤੋਂ ਵੀ ਮਾੜੀ ਹਰਕਤ ਜਿਹੜੀ ਹੈ ਉਹਨਾਂ ਨੇ ਕੀਤੀ ਹੈ ਤੇ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਤੇ ਮੈਂ ਤਾਂ ਪ੍ਰੈਜ਼ੀਡੈਂਟ ਜਿਹੜਾ SGPC ਦਾ ਹਾਊਸ ਹੈਗਾ ਉਹਨਾਂ ਦੇ ਪ੍ਰਬੰਧਕ ਹੈ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਜ਼ਿੰਮੇਵਾਰੀ ਦਾ ਆਪਣਾ ਅਹਿਸਾਸ ਸਮਝੋ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੋ ਤੇ ਨਿਮਾਣੇ ਹੋ ਕੇ ਜੋ ਵੀ ਸੱਚ ਹੈ ਉਹਨੂੰ ਸਾਹਮਣੇ ਰੱਖੋ। ਕਿਹੜੀ ਤਾਕਤ ਸੀ ਜਿਹੜੀ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਸਰੂਪ ਬਿਨਾਂ ਐਂਟਰੀਆਂ ਕਰੇ ਉੱਥੋਂ ਖੁਰਦ-ਬੁਰਦ ਕਰੋ। ਆਖਰ ਉੱਥੋਂ ਜਿਹੜਾ SGPC ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚੋਂ ਤੇ ਤੁਸੀਂ 5 ਰੁਪਏ ਦਾ ਕੜਾਹ ਪ੍ਰਸ਼ਾਦ ਨਹੀਂ ਲਿਜਾ ਸਕਦੇ ਬਿਨਾਂ ਪਰਚੀ ਕਟਾਏ, ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਬਿਨਾਂ ਪਰਚੀ ਕਟਾਏ ਚਲਾ ਗਿਆ। ਨਹੀਂ, ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਆ ਕਿ ਜਿਹੜੇ ਹੇਠਲੇ ਮੁਲਾਜ਼ਮ ਸੀਗੇ ਉਹਨਾਂ ਨੇ ਆਪਣੇ ਪੱਧਰ ਤੇ ਜਿਹੜੀ ਭੇਟਾ ਸੀਗੀ ਉਹ ਜੇਬ 'ਚ ਪਾ ਲਈ ਤੇ ਸਰੂਪ ਜਿਹੜੇ ਉਹ ਸੰਗਤਾਂ 'ਚ ਹੀ ਗਏ ਨੇ, ਹੋਰ ਕਿਤੇ ਨਹੀਂ ਗਏ। ਉਹਨਾਂ ਦਾ ਐਡਰੈਸ ਕੀ ਹੈ ਸੰਗਤ ਦੇ ਵਿੱਚ? ਉਹਦਾ ਇੱਕ ਪ੍ਰੋਸੀਜਰ ਹੈ ਕਿ ਬਈ ਜਿਹੜਾ ਇੱਕ ਪਰਫਾਰਮਾ ਇੱਕ ਫਾਰਮ ਭਰਿਆ ਜਾਏਗਾ ਕਿ ਸਰੂਪ ਜਿਹੜਾ ਬੰਦਾ ਲੈ ਕੇ ਜਾਏਗਾ ਉਹ 5 ਸਿੰਘ ਆਣਗੇ, ਉਹ ਜਸਟੀਫਾਈ ਕਰਨਗੇ ਕਿ ਅਸੀਂ ਜਿੱਥੇ ਸਰੂਪ ਲੈ ਕੇ ਜਾਣਾ ਉਹ ਪ੍ਰੋਪਰ ਜਗ੍ਹਾ ਹੈਗੀ ਆ, ਉੱਥੇ ਸਰੂਪ ਦੀ ਬੇਅਦਬੀ ਨਹੀਂ ਹੋਏਗੀ। ਉਸ ਨੂੰ ਫਿਰ ਤਸਦੀਕ ਕਰੇਗਾ ਹਲਕੇ ਦਾ ਮੈਂਬਰ। ਉਸ ਤੋਂ ਬਾਅਦ ਜਿਹੜਾ ਉੱਥੇ ਇੱਕ ਲੋਕਲ SGPC ਦਾ ਬੰਦਾ ਜਾ ਕੇ ਬਾਅਦ ਦੇ ਵਿੱਚ ਇੰਸਪੈਕਟ ਕਰਕੇ ਆਏਗਾ ਕਿ ਸਰੂਪ ਦੀ ਬੇਅਦਬੀ ਨਹੀਂ ਹੋ ਰਹੀ ਤੇ ਉਹਦਾ ਜਿਹੜਾ ਰਹਿਤ ਮਰਿਆਦਾ ਦਾ ਪਾਲਣ ਕੀਤਾ ਜਾ ਰਿਹਾ ਉਹ ਫੋਲੋ ਕੀਤਾ ਗਿਆ। ਜਿਹੜੇ ਸਰੂਪ ਅਨਅਕਾਊਂਟਡ ਹੈਗੇ ਉਹ ਕਿੱਥੇ ਹੈਗੇ, ਉਹਨਾਂ 'ਤੇ ਰਹਿਤ ਮਰਿਆਦਾ ਦੀ ਮਤਲਬ ਜਿਹੜੀ ਕੋਡ ਆਫ ਕੰਡਕਟ ਹੈਗਾ ਉਹ ਐਪਲੀਕੇਬਲ ਹੈਗਾ, ਬੇਅਦਬੀ ਤਾਂ ਨਹੀਂ ਹੋ ਰਹੀ। ਇਹਦਾ ਜਵਾਬਦੇਹੀ ਕੌਣ ਦੇਗਾ ਜੇ SGPC ਨਹੀਂ ਦੇਗੀ? ਪ੍ਰਧਾਨ ਜੀ ਕਿਉਂ ਇਹ ਮਤਲਬ ਅਜੇ ਵੀ ਗੁੰਮਰਾਹ ਕਰੀ ਜਾ ਰਹੇ, ਉਹ ਅਸੈਪਟ ਕਿਉਂ ਨਹੀਂ ਕਰ ਰਹੇ ਇਸ ਗੱਲ ਨੂੰ? ਪਹਿਲੀ ਗੱਲ ਤਾਂ ਇਹ ਕਿ ਐਸੀ ਕਿਹੜੀ ਤਾਕਤ ਸੀ ਜਿਹਨੇ ਕਿਹਾ ਕਿ ਵੀ ਇਹਨੂੰ ਬਿਨਾਂ ਐਂਟਰੀ ਕਰੇ ਸਰੂਪ ਚੁਕਾ ਦਿੱਤੇ ਜਾਣ। ਹੁਣ ਪ੍ਰਧਾਨ ਜੀ ਕਹਿ ਰਹੇ ਕਿ ਜੀ ਮੁਲਾਜ਼ਮਾਂ ਨੇ ਪੈਸੇ ਜੇਬ 'ਚ ਪਾ ਲਏ। ਜੇ ਮੁਲਾਜ਼ਮਾਂ ਨੇ ਪੈਸੇ ਜੇਬ 'ਚ ਪਾ ਲਏ ਤੇ ਤੁਹਾਡਾ ਪ੍ਰਬੰਧਕੀ ਜਿਹੜਾ ਢਾਂਚਾ ਉਹ ਕੀ ਕਰ ਰਿਹਾ ਸੀ? ਤੁਸੀਂ ਚੈੱਕ ਕਿਉਂ ਨਹੀਂ ਕੀਤਾ? ਇੱਕ ਵਾਰੀ ਪਾ ਲਏ, 2 ਵਾਰੀ ਪਾ ਲਏ, ਸਾਲਾਂ ਬੱਧੀ ਪਾਈ ਗਏ ਤੇ ਹੋਰ ਕਿੰਨੇ ਪੈਸੇ ਜੇਬਾਂ 'ਚ ਪਾ ਕੇ ਚਲੇ ਗਏ? ਇਹ ਤਾਂ ਪਾਵਨ ਸਰੂਪ ਹੈ ਜਿਨ੍ਹਾਂ ਦਾ ਪਤਾ ਲੱਗ ਗਿਆ। ਜਿਹੜਾ ਹੋਰ ਪੈਸਾ ਦਾ ਜਿਹੜਾ ਲੈਣ ਦੇਣ ਹੁੰਦਾ ਉਹ ਕਿੰਨਾ ਕੁ ਪੈਸਾ ਜੇਬਾਂ 'ਚ ਪਾ ਕੇ ਚਲੇ ਗਏ ਉਹਦਾ ਕੌਣ ਤਫਤੀਸ਼ ਕਰੇਗਾ? ਜੇ ਤੁਸੀਂ ਇੱਥੇ ਹੀ ਆਉਂਦੇ ਹੋ ਕਿ ਛੋਟੇ ਮੁਲਾਜ਼ਮ ਪੈਸੇ ਜੇਬਾਂ 'ਚ ਪਾ ਰਹੇ ਸੀਗੇ ਤੁਹਾਡੇ ਰਾਜਕਾਲ ਦੇ ਦੌਰਾਨ, ਤੁਹਾਡੇ ਪ੍ਰਬੰਧ ਦੇ ਅਧੀਨ ਮਤਲਬ ਮੁਲਾਜ਼ਮ ਜਿਹੜਾ ਕੁਝ ਕਰ ਰਹੇ ਸੀਗੇ, ਤੇ ਇਸ ਤੋਂ ਇਲਾਵਾ ਹੋਰ ਕਿੰਨੇ ਪੈਸੇ ਜਿਹੜੇ ਆ ਉਹਨਾਂ ਨੇ ਜੇਬਾਂ 'ਚ ਪਾਏ ਆ? ਇਹ ਵੀ ਇੱਕ ਵੱਡੀ ਇਸ਼ੂ ਇਸ ਦੇ ਨਾਲ ਖੜਾ ਹੁੰਦਾ ਹੈ। ਸੋ ਇਹ ਇੱਦਾਂ ਕਹਿ ਕੇ ਉਹ ਛੁਟਕਾਰਾ ਨਹੀਂ ਉਹਨਾਂ ਦਾ ਹੋ ਸਕਦਾ। ਤੇ ਜਿਲਦਸਾਜ਼ ਨੂੰ ਡਿਸਮਿਸ ਕਰਤਾ, ਜਿਹੜੇ ਬੰਦੇ ਜਿਲਦਾਂ ਬਣਾ ਰਹੇ ਆ ਕਿ ਉਹਨਾਂ ਨੇ ਉਹ ਕਰਤਾ। ਇਹ ਚੀਜ਼ਾਂ ਸਿਰਫ ਲੋਕਾਂ ਦੇ ਨਾਲ ਤੁਸੀਂ ਘੱਟਾ ਪਾ ਰਹੇ ਹੋ ਉਹਨਾਂ ਦੀ ਅੱਖਾਂ ਦੇ ਵਿੱਚ, ਤੇ ਸਰੂਪ ਦੀ ਵੀ ਮਹਾਰਾਜ ਦੀ ਵੀ ਬੇਅਦਬੀ ਕਰ ਰਹੇ ਹੋ। ਤੁਸੀਂ ਆਪਣੇ ਆਪ ਨੂੰ ਸ਼ੋਅ ਕਰ ਰਹੇ ਹੋ ਕਿ ਬਈ ਸਾਨੂੰ ਕਿੰਨੀ ਕੁ ਰਿਸਪੈਕਟ ਹੈ ਗੁਰੂ ਸਾਹਿਬ ਦੀ। ਤੁਹਾਡਾ ਨਜ਼ਰੀਆ ਕੀ ਹੈ? ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਹੇਠਲੇ ਪੱਧਰ ਤੇ ਸੀ ਜਾਂ ਉੱਪਰਲੀ ਮੈਨੇਜਮੈਂਟ ਵੀ ਜਿਹੜੀ ਸੀਗੀ ਉਹ ਵੀ ਇਹ 'ਚ ਇਨਵੋਲਵ ਹੋ ਸਕਦੀ ਹੈਗੀ? ਦੇਖੋ, ਮੇਰਾ ਆਪਣਾ ਜਿਹੜਾ ਮੈਂ ਇੰਨੇ ਸਾਲ SGPC ਦੇ ਨਾਲ ਬਹੁਤ ਨੇੜੇ ਮੈਂ ਰਿਹਾ ਤੇ ਮੈਂ ਇਹ ਸਮਝਦਾ ਹਾਂ ਕਿ ਵੀ ਬਿਨਾਂ ਟੌਪ ਲੈਵਲ ਦੇ ਪ੍ਰੈਸ਼ਰ ਤੋਂ ਬਿਨਾਂ ਸਰੂਪ ਨਹੀਂ ਜਾ ਸਕਦਾ। ਉੱਥੋਂ ਕੋਈ ਤਾਕਤ ਹੀ ਨਹੀਂ ਹੈ ਕਿ ਉੱਥੋਂ ਸਰੂਪ ਨਿਕਲ ਜਾਵੇ। ਕਿਸੇ ਮੁਲਾਜ਼ਮ ਦੀ ਕੀ ਤਾਕਤ ਹੈ ਕਿ ਉਹ 2000 ਰੁਪਏ ਦੀ ਭੇਟਾ ਜੇਬ 'ਚ ਪਾ ਲੇਗਾ ਤੇ ਸਰੂਪ ਚੁਕਾ ਦੇਗਾ? ਸਰੂਪ ਇਹ ਤਾਂ ਹੈ ਨਹੀਂ ਕਿ ਬਈ ਲੁਕੋ ਕੇ ਚਲਾ ਗਿਆ। ਆਫਟਰ ਆਲ 5 ਬੰਦੇ ਆਏ, ਸਰੂਪ ਬਕਾਇਦਾ ਪਬਲਿਕਲੀ ਗਿਆ ਸਰੂਪ, ਬੰਦਾ ਚੌਰ ਵੀ ਕਰ ਰਿਹਾ ਉਹਨੂੰ ਔਰ ਰੁਮਾਲੇ ਵੀ ਹੈ, ਪੀੜਾ ਸਾਹਿਬ ਵੀ ਹੈ, ਉਹ ਕਿੱਦਾਂ ਚਲਾ ਗਿਆ? ਸਾਰਿਆਂ ਦੇ ਦੇਖਦੇ ਦੇਖਦੇ ਸਰੂਪ ਇੱਦਾਂ ਕਿਵੇਂ ਚਲਾ ਗਿਆ? ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਮੰਨਣਯੋਗ ਨਹੀਂ ਹੈ। ਇਹਨਾਂ ਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ ਤੇ ਉਹਨਾਂ ਨੂੰ ਚਾਹੀਦਾ ਕਿ ਬਈ ਉਹ ਨਾ ਪ੍ਰੋਟੈਕਟ ਕਰਨ। ਅਜੇ ਵੀ ਉਹ ਕਿਉਂ ਨਹੀਂ ਦੱਸਦੇ ਕਿ ਬਈ ਕਿਹੜੀ ਤਾਕਤ ਸੀ ਜਿਹੜੀ ਕਹਿ ਰਹੀ ਸੀ ਕਿ ਸਰੂਪ ਵਿਦੇਸ਼ਾਂ 'ਚ ਜਾਣੇ ਆ ਤਾਂ ਉੱਥੇ ਭੇਜੇ ਜਾਣ ਜਾਂ ਇੱਥੇ ਕਿਸੇ ਨੂੰ ਦੇਣੇ ਆ ਤੇ ਉਹ ਦਿੱਤੇ ਜਾਣ ਬਿਨਾਂ ਇੰਦਰਾਜ ਕੀਤੇ? ਤੁਹਾਨੂੰ ਕੀ ਲੱਗਦਾ ਕਿ ਇਹ ਸਿਰਫ SGPC ਦੀ ਮੈਨੇਜਮੈਂਟ ਤੱਕ ਆ ਜਾਂ ਕਿਸੇ ਸਿਆਸੀ ਧਿਰ ਜਾਂ ਸਿਆਸੀ ਪਾਰਟੀ ਦਾ ਸਿਆਸੀ ਧਿਰ ਹੈ? ਸਿਆਸੀ ਧਿਰ ਹੈ। SGPC ਦੀ ਮੈਨੇਜਮੈਂਟ ਨੂੰ ਤਾਂ ਲੋੜ ਹੀ ਨਹੀਂ ਕਿ ਬਿਨਾਂ ਐਂਟਰੀ ਕਰੇ ਤੁਸੀਂ ਸਰੂਪ ਕਰੋ। ਕਿਹੜੀ ਸਿਆਸੀ ਧਿਰ ਹੋ ਸਕਦੀ? ਸਿਆਸੀ ਧਿਰ ਤਾਂ ਬਾਦਲ ਕਲੈਨ ਹੀ ਹੈ। ਬਾਦਲ ਫੈਮਿਲੀ ਦੇ ਵਿੱਚੋਂ ਕੋਈ ਬੰਦਾ ਐਸਾ ਹੈਗਾ ਜਿਹੜਾ ਬੰਦਾ ਭਾਵੇਂ ਉਹ ਕੋਈ ਵੀ ਹੋ ਸਕਦਾ, ਮੈਂ ਉਹਦਾ ਨਾਮ ਨਹੀਂ ਲਾਂਗਾ, ਕਿ ਜਿਹਦਾ ਪ੍ਰੈਸ਼ਰ ਉੱਥੇ ਇੰਨਾ ਸੀਗਾ ਕਿ ਬਈ ਉਸ ਨੂੰ ਨਾ ਨਹੀਂ ਸੀ ਕਰ ਸਕਦੇ ਤੇ ਜਿਹੜਾ ਸਟਾਫ ਸੀਗਾ ਉਹ ਬੇਬਸ ਸੀਗਾ ਤੇ ਉਹ ਉਹਨਾਂ ਦੇ ਹੁਕਮ ਅਦੂਲੀ ਨਹੀਂ ਕਰ ਸਕਦਾ ਸੀ ਤੇ ਉਹਨਾਂ ਦੇ ਹੁਕਮ ਦੇ ਉੱਪਰ ਹੀ ਇਹ ਸਾਰਾ ਕੁਝ ਹੋ ਰਿਹਾ ਸੀਗਾ। ਪਰ SGPC ਪ੍ਰਧਾਨ ਵੱਲੋਂ ਪਹਿਲਾਂ ਜਦੋਂ ਕਮੇਟੀ ਦੀ ਰਿਪੋਰਟ ਆਈ ਤਾਂ ਉਹਦੇ ਬਾਅਦ ਫੌਜਦਾਰੀ ਮੁਕੱਦਮੇ ਦਰਜ ਕਰਵਾਉਣ ਦੀ ਗੱਲਬਾਤ ਵੀ ਕੀਤੀ ਗਈ, ਪਰ ਫਿਰ ਕਹਿਤਾ ਕਿ ਸਾਨੂੰ ਸਿੱਖ ਸੰਗਤਾਂ ਕਹਿ ਰਹੀਆਂ ਨੇ ਕਿ ਤੁਸੀਂ ਪੁਲਿਸ ਨੂੰ ਜਿਹੜਾ ਕਿਉਂ ਇਨਵੋਲਵ ਕਰਨਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਤੇ ਹੁਣ ਉਹ ਕਹਿ ਰਿਹਾ ਕਿ ਜਿੰਨੇ ਦੋਸ਼ੀ ਸੀ ਅਸੀਂ ਉਹਨਾਂ ਨੂੰ ਸਜ਼ਾਵਾਂ ਦੇ ਦਿੱਤੀਆਂ। ਇਸ ਫੈਕਟਰ ਨੂੰ ਪ੍ਰਧਾਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜੇ ਉਹ ਫੌਜਦਾਰੀ ਕੇਸ ਵੱਲ ਵਧਦੇ
ਤੇ ਜਿਹੜਾ ਸੱਚ ਸੀ ਉਹਨੇ ਖੁੱਲ੍ਹ ਕੇ ਸਾਹਮਣੇ ਆ ਜਾਣਾ ਸੀ ਕਿ ਪੁਲਿਸ ਦੇ ਸਾਹਮਣੇ ਉਹ ਸਾਰੇ ਮੁਲਾਜ਼ਮਾਂ ਨੇ ਬੋਲਣਾ ਸੀਗਾ। ਜਦੋਂ ਪੁਲਿਸ ਨੇ ਉਹਨਾਂ ਨੂੰ ਬੁਲਾਉਣਾ ਸੀ ਥਾਣੇ ਦੇ ਵਿੱਚ, ਤਫਤੀਸ਼ ਹੋਣੀ ਸੀ ਕਿ ਜੀ ਤੁਸੀਂ ਦੱਸੋ, ਜਿਸ ਬੰਦੇ ਨੂੰ ਇਹ ਕਹਿ ਰਹੇ ਕਿ 2000 ਰੁਪਏ ਨੇ ਜੇਬ 'ਚ ਪਾ ਲਿਆ, ਉਹਨੇ ਕਹਿਣਾ ਸੀ ਮੈਂ ਨਹੀਂ ਜੀ 2000 ਪਾਇਆ, ਮੈਨੂੰ ਫੋਨ ਆਇਆ ਤੇ ਮੈਂ ਦਿੱਤਾ ਜੀ। ਸੋ ਉਸ ਚੀਜ਼ ਨੂੰ ਲੁਕਾਉਣ ਲਈ ਕਿ ਉਹ ਬੰਦਿਆਂ ਦੇ ਵੱਡੀਆਂ ਜਿਹੜੀਆਂ ਪਾਵਰਸ ਆ ਉਹ ਨੰਗੀਆਂ ਚਿੱਟੀਆਂ ਨਾ ਹੋਣ, ਪਬਲਿਕ ਡੋਮੇਨ ਦੇ ਵਿੱਚ ਉਹ ਨਾ ਆਉਣ, ਉਸ ਚੀਜ਼ ਨੂੰ ਲੁਕਾਉਣ ਲਈ ਇਹਨਾਂ ਨੇ ਯੂ ਟਰਨ ਮਾਰਿਆ। ਤੇ ਹੁਣ ਜੇ ਇਹ ਕਹਿ ਰਹੇ ਕਿ ਬਈ ਅਸੀਂ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਇਹ ਸਾਰਾ ਕੁਝ ਨਿਬੇੜਾਂਗੇ, ਤੇ ਫਿਰ ਹੁਣ ਕਿਉਂ ਪੁਲਿਸ 'ਚ ਰਿਪੋਰਟ ਕੀਤੀ ਹੈ? ਜਦੋਂ ਉੱਥੇ ਹੱਥਾਪਾਈ ਹੋਈ ਹੈ ਸਤਿਕਾਰ ਕਮੇਟੀ ਵਾਲਿਆਂ ਨਾਲ, ਤੇ ਉਹ ਵੀ ਰਹਿਤ ਮਰਿਆਦਾ ਦੇ ਹਿਸਾਬ ਨਾਲ ਕਰ ਲੈਣ, ਉਦੋਂ ਥਾਣੇ 'ਚ ਕਿਉਂ ਰਿਪੋਰਟ ਦੇ ਰਹੇ ਆ? ਸੋ ਇਹ ਡਿਊਲ ਸਟੈਂਡਰਡ ਹੈਗਾ, ਇਹਦੇ ਵਿੱਚ ਕੋਈ ਮਤਲਬ ਵਜਨ ਨਹੀਂ ਹੈ ਮੈਂ ਸਮਝਦਾ। ਪਰ ਪ੍ਰਧਾਨ ਸਾਹਿਬ ਕਹਿੰਦੇ ਕਿ ਸਾਡੇ ਤੇ ਹਮਲਾ ਕੀਤਾ ਸਿੱਖ ਸੰਗਤਾਂ ਨੇ। ਬੇਸ਼ੱਕ ਸੰਗਤਾਂ ਜਿਹੜੀਆਂ ਸੀਗੀਆਂ ਸ਼ਾਂਤਮਈ ਪ੍ਰਦਰਸ਼ਨ ਕਈ ਦਿਨਾਂ ਤੋਂ ਕਰ ਰਹੀਆਂ ਸੀ, ਇਹ ਦੂਜਾ ਮੌਕਾ ਸੀਗਾ ਜਦੋਂ ਟਾਸਕ ਫੋਰਸ ਵੱਲੋਂ ਜਿਹੜਾ ਜਾ ਕੇ ਉਹਨਾਂ ਨੂੰ ਜਬਰੀ ਉੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਬਾਅਦ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਮੁੱਖ ਮੰਤਰੀ ਦੇ ਨਿਵਾਸ ਤੱਕ ਪਹੁੰਚ ਗਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਤੇ ਹਮਲਾ ਹੋਇਆ, ਉਹਨਾਂ ਤੇ ਕੇਸ ਦਰਜ ਕਰਤੇ, ਤੇ ਉਹਨਾਂ ਨੇ ਉਸ ਐਂਗਲ ਨੂੰ ਵੀ ਮੋੜਨ ਦੀ ਕੋਸ਼ਿਸ਼ ਕੀਤੀ ਕਿ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਗੁਰੂ ਘਰਾਂ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਕਰਨਾ ਚਾਹੁੰਦੀ ਹੈ, ਕੁਝ ਐਸੀਆਂ ਤਾਕਤਾਂ ਨੂੰ ਇੱਥੇ ਕਾਬਜ਼ ਕਰਵਾਉਣਾ ਚਾਹੁੰਦੀ ਹੈ ਜਿਹੜੀਆਂ ਪੰਥ ਵਿਰੋਧੀ ਨੇ। ਨਹੀਂ, ਇਹ ਤਾਂ ਹੁਣ ਉਹ ਆਪਣਾ ਟ੍ਰੈਡੀਸ਼ਨਲ ਜਿਹੜਾ ਉਹਨਾਂ ਦਾ ਇੱਕ ਹੈਗਾ ਕਿ ਜੀ ਕਾਂਗਰਸੀ ਜਿਹੜੇ ਦਖਲਅੰਦਾਜ਼ੀ ਕਰ ਰਹੇ ਆ। ਕਾਂਗਰਸੀਆਂ ਨੇ ਕਿਹਾ ਸੀ ਬਈ ਸਰੂਪ ਖੁਰਦ-ਬੁਰਦ ਕਰ ਦਿਓ, ਸਰੂਪ ਤੁਸੀਂ ਖੁਦ ਖੁਰਦ-ਬੁਰਦ ਕੀਤੇ ਆ, ਉਹਨਾਂ ਦੀ ਸੱਚਾਈ ਤੁਸੀਂ ਆਪ ਨਹੀਂ ਦੱਸ ਰਹੇ। ਜੇ ਲੋਕੀ ਪ੍ਰੋਟੈਸਟ ਕਰ ਰਹੇ ਆ ਤਾਂ ਤੁਸੀਂ ਕਹਿ ਰਹੇ ਹੋ ਕਾਂਗਰਸ ਜਿਹੜੀ ਹੈ ਦਖਲ ਕਰ ਰਹੀ ਹੈ। ਸੋ ਇਹਦੇ ਵਿੱਚ ਹਰ ਚੀਜ਼ ਤੇ ਕਾਂਗਰਸ ਦਾ ਲੈ ਕੇ ਤੁਸੀਂ ਛੁਟਕਾਰਾ ਨਹੀਂ ਪਾ ਸਕਦੇ, ਤੇ ਜਿਹੜੀ ਸੱਚ ਹੈ ਉਹ ਸੱਚ ਨੇ ਸੱਚ ਹੀ ਰਹਿਣਾ। ਤੇ ਇਹ ਸੱਚ ਜਿਹੜਾ ਹੈਗਾ ਤੁਸੀਂ ਨਹੀਂ ਦੱਸੋਗੇ, ਤੁਹਾਡੇ ਤੋਂ ਬਾਅਦ ਦੂਸਰੀ ਟਰਮ ਦੇ ਵਿੱਚ ਜਿਹੜੀ ਹੈ ਹੋਰ ਬੰਦੇ ਆ ਕੇ ਸੱਚ ਤੋਂ ਪਰਦਾ ਚੱਕਣਗੇ। ਸੋ ਬੈਟਰ ਇਹੀ ਹੈ ਕਿ ਤੁਸੀਂ ਆਪ ਹੀ ਇਹ ਸਾਰਾ ਸੱਚ ਜਿਹੜਾ ਹੈਗਾ ਸੰਗਤ ਦੇ ਸਾਹਮਣੇ, ਪਬਲਿਕ ਦੇ ਸਾਹਮਣੇ ਇਸ ਨੂੰ ਉਜਾਗਰ ਕਰੋ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਜਾਂ ਤੁਹਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਸੁਖਦੇਵ ਸਿੰਘ ਢੀਂਡਸਾ, ਉਹਨਾਂ ਦੀ ਬਿਆਨਬਾਜ਼ੀ ਆਉਂਦੀ ਹੈ ਕਿ ਬਾਦਲ ਪਰਿਵਾਰ ਤੋਂ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਆਜ਼ਾਦ ਕਰਵਾ ਕੇ ਰਹਿਤ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਚਲਾਇਆ ਜਾਊਗਾ। ਤਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜਿਹੜੀ ਹੈਗੀ ਉਹ SGPC ਚੋਣਾਂ ਲੜੇਗੀ, ਇਕੱਲੇ ਲੜੇਗੀ, ਜਾਂ ਜਿਹੜੀਆਂ ਬਾਕੀ ਪੰਥਕ ਧਿਰਾਂ ਨੇ ਜਿਸ ਤਰ੍ਹਾਂ HS ਫੂਲਕਾ ਸਾਹਿਬ ਨੇ, ਜਥੇਦਾਰ ਰਣਜੀਤ ਸਿੰਘ ਜੀ ਨੇ ਜਾਂ ਰਵਿੰਦਰ ਸਿੰਘ ਨੇ, ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਨਾਲ ਲੈ ਕੇ ਜਿਹੜੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜੀਆਂ ਜਾਣਗੀਆਂ? ਦੇਖੋ, ਮੈਂ ਸਮਝਦਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੈ, ਉਹਦੇ ਡੈਮੋਕ੍ਰੈਟਿਕ ਜਿਹੜਾ ਵਰਡ ਹੈ ਉਹੀ ਸਾਰਾ ਕੁਝ ਦੱਸ ਰਿਹਾ ਕਿ ਅਸੀਂ ਸਾਰੇ ਡੈਮੋਕ੍ਰੈਟਿਕ ਦਾ ਮਤਲਬ ਇਹ ਹੈ ਕਿ ਵੀ ਕੰਸੈਂਸਸ ਦੇ ਨਾਲ ਅਸੀਂ ਇਹ ਸਾਰਾ ਕੁਝ ਲੜਾਂਗੇ। ਤੇ ਸਾਡੇ 'ਚ ਮੈਂ ਸਮਝਦਾ ਕਿ ਵੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਇਹ ਪਾਲਿਸੀ ਨਹੀਂ ਹੈ ਕਿ ਵੀ ਅਸੀਂ ਹੀ ਸਭ ਤੋਂ ਵੱਡੇ ਸਿੱਖ ਹੈ। ਸਾਡੀ ਮੇਨ ਅਪਰੋਚ ਇਹ ਰਹੇਗੀ ਕਿ ਲਾਈਕ ਮਾਈਂਡਡ ਜਿਹੜੇ ਬੰਦੇ ਹੈਗੇ, ਜਿਹੜੇ ਆਈਡੀਓਲੋਜੀਕਲੀ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਦੇ ਨਾਲ ਇਤਫਾਕ ਰੱਖਦੇ ਆ, ਉਹਨਾਂ ਦੇ ਨਾਲ ਅਸੀਂ ਏਕਾ ਕਰਕੇ ਤੇ ਵੱਡੀ ਇਹਨਾਂ ਨੂੰ ਉਹਦੇ ਵਿੱਚ ਚੁਣੌਤੀ ਦਾਂਗੇ ਤੇ ਆਪਣਾ ਪੂਰਾ ਜ਼ੋਰ ਲਗਾਵਾਂਗੇ ਕਿ ਜਿਹੜਾ ਹੈਗਾ ਇਹਦੇ ਵਿੱਚ ਤਬਦੀਲੀ ਆਵੇ ਤੇ ਜਿਹੜੇ ਯੋਗ ਬੰਦੇ ਆ ਉਹ ਉੱਥੇ ਬੈਠ ਕੇ ਗੁਰਦੁਆਰਾ ਪ੍ਰਬੰਧ ਜਿਹੜਾ ਕਰ ਸਕਣ। ਜਦੋਂ ਟਿਕਟਾਂ ਦੀ ਵੰਡ ਦੀ ਗੱਲ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਜਿਹੜੀ ਪਰਸੈਪਸ਼ਨ ਆ ਗਈ ਉਹ ਇਹ ਹੈਗੀ ਕਿ ਬਾਦਲ ਪਰਿਵਾਰ ਹੀ ਟਿਕਟਾਂ ਜਿਹੜੀਆਂ ਡਿਸਾਈਡ ਕਰਦਾ ਕਿ ਕਿਹਨੂੰ ਦੇਣੀਆਂ ਨੇ, ਤੇ ਪ੍ਰਧਾਨ ਕੌਣ ਹੋਊਗਾ ਇਹ ਵੀ ਬਾਦਲ ਪਰਿਵਾਰ ਜਿਹੜਾ ਹੈਗਾ ਡਿਸਾਈਡ ਕਰੂਗਾ। ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਕੀ ਪ੍ਰੋਸੀਜਰ ਅਪਣਾਊਗੀ ਕਿ ਜਿਹੜੇ ਸੱਚਮੁੱਚ ਹੀ ਪੰਥ ਨੂੰ ਸਮਰਪਿਤ ਲੋਕ ਨੇ ਉਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਤੇ ਉਹੀ ਜਿਹੜੇ ਹੈਗੇ ਪ੍ਰਬੰਧ ਸੰਭਾਲਣ? ਦੇਖੋ, ਜਦੋਂ ਅਸੀਂ ਸਾਰੀਆਂ ਜਿਹੜੀਆਂ ਸਪਲਿੰਟਰ ਗਰੁੱਪ ਹੈਗੇ ਆ ਛੋਟੇ, ਜਿਵੇਂ ਆਪਣਾ ਭਾਈ ਰਣਜੀਤ ਸਿੰਘ ਵਾਲਾ ਗਰੁੱਪ ਹੈਗਾ, ਜਿਹੜਾ ਤੁਸੀਂ ਰਵਿੰਦਰ ਸਿੰਘ ਦਾ ਨਾਮ ਲਿਆ, ਜਦੋਂ ਅਸੀਂ ਉਹਨਾਂ ਦੇ ਨਾਲ ਕੰਸੈਂਸਸ ਕਰਾਂਗੇ ਤੇ ਸਾਰੀਆਂ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਇੱਕ ਬ੍ਰੋਡਰ ਉਹਦੇ ਵਿੱਚ ਆਉਣਗੀਆਂ ਗੱਲਾਂ, ਤੇ ਜੋ ਕੰਸੈਂਸਸ ਹੋਏਗੀ ਉਹਦੇ ਨਾਲ ਹੀ ਸਾਰਾ ਕੁਝ ਤੈਅ ਕੀਤਾ ਜਾਏਗਾ। ਤੇ ਮਤਲਬ ਐਸਾ ਕੁਝ ਨਹੀਂ ਹੋਏਗਾ ਕਿ ਬਈ ਢੀਂਡਸਾ ਸਾਹਿਬ ਆਪਣੇ ਘਰ ਬੈਠ ਕੇ ਐਲਾਨ ਕਰ ਦੇਣਗੇ। ਸਾਰਿਆਂ ਦੀ ਰਾਏ ਦੇ ਨਾਲ ਹੀ, ਸਭ ਦੀ ਮਤਲਬ ਇਤਫਾਕ ਦੇ ਨਾਲ ਹੀ ਅਸੀਂ ਇਹ ਕੰਮ ਨੇਪਰੇ ਚਾੜਾਂਗੇ। ਸੁਖਦੇਵ ਸਿੰਘ ਢੀਂਡਸਾ ਸਾਹਿਬ ਤੋਂ ਪਹਿਲਾਂ ਜਿਹੜਾ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਗਈ ਸੀਗੀ, ਢੀਂਡਸਾ ਸਾਹਿਬ ਨੇ ਵੀ ਉਸੇ ਸਮੇਂ ਦੌਰਾਨ ਅਸਤੀਫੇ ਦਿੱਤੇ, ਤਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੈ, ਕਿ ਇਹ ਇੱਕ ਪਾਰਟੀ ਬਣ ਸਕਦੇ ਨੇ, ਇੱਕ ਪਲੇਟਫਾਰਮ ਤੇ ਅੱਗੇ ਜਿਹੜੇ ਬ੍ਰਹਮਪੁਰਾ ਸਾਹਿਬ ਤੇ ਢੀਂਡਸਾ ਸਾਹਿਬ ਦਾ ਧੜਾ ਜਿਹੜਾ ਉਹ ਆ ਸਕਦਾ ਗਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਤਾਂ ਹਮੇਸ਼ਾ ਦਰਵਾਜ਼ੇ ਖੁੱਲ੍ਹੇ ਹੈ ਤੇ ਉਮੀਦ ਹੈ ਕਿ ਬਈ ਇਲੈਕਸ਼ਨ ਤੋਂ ਪਹਿਲਾਂ ਇਹਦੇ ਵਿੱਚ ਵੱਡੀਆਂ ਰਿਜ਼ਲਟ ਦੇਖਣ ਨੂੰ ਮਿਲਣਗੇ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਕਾਫੀ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਇੱਕ ਭਾਵੇਂ ਮਤਲਬ ਮਰਜਰ ਹੋਵੇ ਨਾ ਹੋਵੇ, ਲੇਕਿਨ ਇਲੈਕਸ਼ਨ ਦੇ ਵਿੱਚ ਇਹ ਇੱਕੋ ਪਾਸੇ ਖੜੇ ਹੋਣਗੇ। ਦਿੱਲੀ ਸਾਰੇ ਦਲ ਜਿਹੜੇ ਆ ਇੱਕ ਪਾਸੇ ਖੜੇ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਦੇ ਵੀ ਜਿਹੜੀ ਅਨਾਉਂਸਮੈਂਟ ਹੋਈ ਹੈਗੀ,
ਤਾਂ ਉੱਥੇ ਮਨਜੀਤ ਸਿੰਘ ਜੀਕੇ ਵੱਲੋਂ ਆਪਣੀ ਪਾਰਟੀ ਬੇਸ਼ੱਕ ਵੱਖਰੀ ਬਣਾਈ ਗਈ ਹੈ ਤੇ ਢੀਂਡਸਾ ਸਾਹਿਬ ਬਾਰੇ ਇਹ ਚਰਚਾ ਚੱਲ ਰਹੀ ਹੈ ਕਿ ਢੀਂਡਸਾ ਸਾਹਿਬ ਦੀਆਂ ਕੋਸ਼ਿਸ਼ਾਂ ਨੇ ਕਿ ਸਰਨਾ ਭਰਾਵਾਂ ਤੇ ਜੀਕੇ ਨੂੰ ਜਿਹੜਾ ਹੈਗਾ ਇੱਕ ਪਲੇਟਫਾਰਮ ਤੇ ਲਿਆ ਕੇ ਚੋਣ ਜਿਹੜੀ ਆ ਉਹ ਲੜਵਾਈ ਜਾਵੇ। ਕੀ ਇਹ ਚਰਚਾਵਾਂ ਸੱਚੀਆਂ ਨੇ? ਤੇ ਮਨਜੀਤ ਸਿੰਘ ਜੀਕੇ ਵੀ ਜਿਹੜੇ ਹੈਗੇ ਆਪਣੀ ਪਾਰਟੀ ਉਹਨਾਂ ਨੇ ਵੀ ਰਜਿਸਟਰ ਕਰਾਈ ਹੋਈ ਹੈਗੀ, ਤਾਂ ਕੀ ਉਹ ਆਪਣੀ ਪਾਰਟੀ 'ਚ ਤੁਹਾਡੇ ਨਾਲ ਅਲਾਈਅੰਸ ਕਰਕੇ ਲੜਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ, ਜਾਂ ਡੈਮੋਕ੍ਰੈਟਿਕ ਪਾਰਟੀ ਦੇ ਜਿਹੜਾ ਹੈਗਾ ਪਲੇਟਫਾਰਮ ਤੋਂ ਲੜਨਗੇ? ਦੇਖੋ, ਢੀਂਡਸਾ ਸਾਹਿਬ ਦੀ ਐਫਰਟ ਇਹ ਰਹੇਗੀ ਕਿ ਜਿਹੜੀ ਹੈ ਡਿਵੀਜ਼ਨ ਆਫ ਵੋਟਸ ਨਾ ਹੋਵੇ, ਜਿਹੜੀ ਸਿੱਖ ਪੰਥਕ ਸੋਚ ਵਾਲੀ ਜਿਹੜੀ ਸਿੱਖ ਵੋਟ ਹੈ ਉਹ ਡਿਵਾਈਡ ਨਾ ਹੋਵੇ, ਉਹ ਸਾਰੀ ਇੱਕ ਪਾਸੇ ਭੁਗਤੇ। ਇਸ ਕਰਕੇ ਉਹ ਐਫਰਟਸ ਉਹ ਕਰ ਰਹੇ ਹੈ ਤੇ ਉਮੀਦ ਹੈ ਕਿ ਬਈ ਐਫਰਟਸ ਦੇ ਵਿੱਚ ਸਾਨੂੰ ਇਹਦੇ ਵਿੱਚ ਸਫਲਤਾ ਵੀ ਮਿਲੇਗੀ ਤੇ ਅਸੀਂ ਇਹ ਉੱਥੇ ਵੀ ਜਿਹੜਾ ਨਿਜ਼ਾਮ ਹੈ ਉਹਨੂੰ ਬਦਲਣ ਦੇ ਵਿੱਚ ਕਾਮਯਾਬ ਹੋਵਾਂਗੇ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਪਾਵਨ ਸਰੂਪਾਂ ਦਾ ਮਸਲਾ ਹੈਗਾ ਇੱਕ ਵੱਡਾ ਮਸਲਾ ਗਾ, ਇਸ ਤੋਂ ਇਲਾਵਾ ਇੱਕ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗਦੇ ਨੇ। ਇਹ ਇਲਜ਼ਾਮ ਵੀ ਲੱਗਦੇ ਨੇ ਕਿ ਇੱਕ ਸਿਆਸੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਵੀ ਸਮਾਗਮ ਹੁੰਦਾ ਗਾ, ਉੱਥੇ ਜਿਹੜੇ ਲੰਗਰ ਦੇ ਪ੍ਰਬੰਧ ਨੇ ਉਹ ਐਸਜੀਪੀਸੀ ਵੱਲੋਂ ਕੀਤੇ ਜਾਂਦੇ ਨੇ, ਜਾਂ ਬਾਕੀ ਜਿਹੜੇ ਕੰਮ ਨੇ ਉਹ ਭ੍ਰਿਸ਼ਟਾਚਾਰ ਹੁੰਦਾ ਗਾ। ਸੀਏ ਅਪੁਆਇੰਟ ਕੀਤਾ ਗਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਬਾਦਲ ਪਰਿਵਾਰ ਦਾ ਵੀ ਸੀਏ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਜਿਹੜੇ ਹੈਗੇ ਪਰਦੇ ਚੁੱਕੋਗੇ ਜੇ ਪ੍ਰਬੰਧ ਤੁਹਾਡੇ ਹੱਥ ਦੇ ਵਿੱਚ ਆਉਂਦਾ ਗਾ ਕੱਲ? ਬਿਲਕੁਲ ਪਰਦੇ ਚੁੱਕਾਂਗੇ ਤੇ ਅਸੀਂ ਇਹ ਵੀ ਇਨਸ਼ੋਰ ਕਰਾਂਗੇ ਕਿ ਮੁੜ ਕੇ ਇਹ ਚੀਜ਼ਾਂ ਉੱਥੇ ਨਾ ਘਟਣ। ਖਾਲੀ ਇੰਨਾ ਹੀ ਨਹੀਂ ਹੈ, ਉੱਥੇ ਬਹੁਤ ਸਾਰੇ ਮੁਲਾਜ਼ਮ ਗੁਰੂ ਰਾਮਦਾਸ ਦੀ ਗੋਲਕ 'ਚੋਂ ਤਨਖਾਹ ਲੈਂਦੇ ਆ, ਲੇਕਿਨ ਉਹਨਾਂ ਦੇ ਲੀਡਰਾਂ ਦੇ ਘਰਾਂ ਦੇ ਵਿੱਚ ਕੰਮ ਕਰ ਰਹੇ ਆ। ਇਹ ਇੱਕ ਬਹੁਤ ਵੱਡਾ ਮਸਲਾ ਕਿ ਕਿੰਨੇ ਹੀ ਬੰਦੇ ਜਿਹੜੇ ਹੈ ਉਹ ਕਿਸੇ ਦਾ ਡਰਾਈਵਰ ਹੈ, ਕਿਸੇ ਦੇ ਘਰ ਦੇ ਵਿੱਚ ਕੁੱਕ ਹੈ, ਕਿਸੇ ਦੇ ਘਰ ਦੇ ਵਿੱਚ ਸੇਵਾਦਾਰ ਹੈ। ਸੋ ਇਸ ਤਰੀਕੇ ਦਾ ਵੀ ਬਹੁਤ ਸਾਰਾ ਉੱਥੇ ਉਹ ਹੈਗਾ। ਤੇ ਭ੍ਰਿਸ਼ਟਾਚਾਰ ਦੀ ਗੱਲ ਤਾਂ ਪ੍ਰਧਾਨ ਜੀ ਖੁਦ ਹੀ ਕਹਿ ਰਹੇ ਆ ਕਿ ਬਈ ਸਰੂਪਾਂ ਦੀ ਜਿਹੜੀ ਭੇਟਾ ਸੀਗੀ ਉਹ ਸੇਵਾਦਾਰ ਆਪਣੀ ਜੇਬਾਂ 'ਚ ਪਾਈ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ। ਸੋ ਜਦੋਂ ਬੰਦਾ ਖੁਦ ਹੀ ਪ੍ਰਧਾਨ ਅਸੈਪਟ ਕਰ ਰਿਹਾ ਕਿ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੈਗਾ, ਤੇ ਅਸੀਂ ਉਹ ਸਾਰੇ ਨੂੰ ਦੂਰ ਹੀ ਨਹੀਂ ਕਰਾਂਗੇ। ਪਬਲਿਕ ਦੇ ਸਾਹਮਣੇ ਇਹ ਵੀ ਕਰਾਂਗੇ ਕਿ ਇਹਦੀ ਵਜ੍ਹਾ ਕੀ ਸੀ ਤੇ ਭ੍ਰਿਸ਼ਟਾਚਾਰ ਕੌਣ ਬੰਦਾ ਇਹਨੂੰ ਬੜਾਵਾ ਦੇ ਰਿਹਾ ਸੀ। ਇੱਕ ਪੂਰਾ ਮਤਲਬ ਇੱਕ ਵਾਈਟ ਪੇਪਰ ਟਾਈਪ ਦਾ ਇੱਕ ਡਾਕੂਮੈਂਟ ਅਸੀਂ ਤਿਆਰ ਕਰਕੇ ਸਿੱਖ ਸੰਗਤ ਦੀ ਨੂੰ ਸੈਟੀਸਫਾਈ ਕਰਨ ਦਾ ਯਤਨ ਕਰਾਂਗੇ। ਪੰਜਾਬ ਦੇ ਵਿੱਚ ਜਿਹੜਾ ਸਿੱਖੀ ਦੇ ਵਿੱਚ ਜਾਤ ਪਾਤ ਨਹੀਂ ਆ, ਪਰ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਰੰਗਰੇਟੇ ਦਲਿਤ ਸਿੱਖ ਕਹਿੰਦੇ ਆਂਗੇ, ਤਾਂ ਉਹਨਾਂ ਦਾ ਜਿਹੜਾ ਹੈਗਾ ਕਨਵਰਟ ਵੀ ਹੋ ਰਹੇ ਨੇ ਕਿਸੇ ਹੋਰ ਧਰਮਾਂ ਦੇ ਵਿੱਚ। ਇਹ ਵੀ ਇੱਕ ਵੱਡਾ ਮਸਲਾ ਗਾ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਾਣਮੱਤੀ ਸੰਸਥਾ ਗੀ, ਕੁਰਬਾਨੀਆਂ ਦੇ ਕੇ ਜਿਹੜੀ ਹੈਗੀ ਹੈ ਗੁਰੂ ਘਰ ਆਜ਼ਾਦ ਕਰਵਾਏ ਗਏ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਠਨ ਹੋਇਆ ਗਾ, ਐਕਟ ਅਧੀਨ ਹੋਇਆ ਕਾਨੂੰਨੀ ਤੌਰ ਤੇ। ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ? ਜੋ ਇਹ ਕੁਝ ਦੇਖਣਾ ਪੈ ਰਿਹਾ ਗਾ ਕਿ ਉਹ ਗਰੀਬ ਸਿੱਖਾਂ ਦੇ ਲਈ ਕੋਈ ਐਜੂਕੇਸ਼ਨ ਅਦਾਰਾ ਨਹੀਂ ਚੰਗਾ ਦੇ ਸਕੀ, ਹੈਲਥ ਕੇਅਰ ਦੇ ਵਿੱਚ ਕੋਈ ਚੰਗਾ ਪ੍ਰਬੰਧ ਨਹੀਂ ਦੇ ਸਕੀ। ਤਾਂ ਕੀ ਕਾਰਨ ਮੰਨਦੇ ਹੋ ਤੁਸੀਂ ਕਿ ਜੋ ਕੁਝ ਚੱਲ ਰਿਹਾ ਹੈਗਾ ਸਮਾਜ ਦੇ ਵਿੱਚ, ਡੇਰਾਵਾਦ ਜਿਹੜਾ ਪ੍ਰਫੁੱਲਤ ਹੋਇਆ ਗਾ, ਉਹਦੇ ਲਈ ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਬੰਧ ਰਿਹਾ ਗਾ ਲੰਮਾ ਸਮਾਂ, ਉਹ ਕਿੰਨੇ ਕੁ ਦੋਸ਼ੀ ਨੇ? ਦੇਖੋ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਪਹਿਲੀ ਗੱਲ ਤਾਂ ਜਿਹੜੀ ਸ਼ਡਿਊਲ ਕਾਸਟ ਵਾਲੀ ਗੱਲ ਕੀਤੀ ਹੈ, ਬਹੁਤ ਹੀ ਸੈਂਸਿਟਿਵ ਮੈਟਰ ਹੈ। ਇਹ ਖਾਲੀ ਪੰਜਾਬ ਦੇ ਵਿੱਚ ਨਹੀਂ ਹੈ, ਇਹ ਸਾਨੂੰ ਦੇਖਣ ਨੂੰ ਮਿਲ ਰਿਹਾ ਪੂਰਾ ਆਲ ਓਵਰ ਇੰਡੀਆ ਇਹ ਚੀਜ਼ ਜਿਹੜੀ ਹੈ ਇਹ ਦੇਖਣ ਨੂੰ ਮਿਲ ਰਹੀ ਹੈ। ਲੇਕਿਨ ਪੰਜਾਬ ਦੇ ਵਿੱਚ ਮੈਂ ਸਮਝਦਾ ਬਾਕੀ ਹਿੰਦੁਸਤਾਨ ਨਾਲੋਂ ਬਹੁਤ ਘੱਟ ਮਤਲਬ ਐਗਰੀਵਡ ਹੈਗੇ ਆ ਜਿਹੜੇ ਸ਼ਡਿਊਲ ਕਾਸਟ ਲੋਕ ਹੈਗੇ ਆ, ਜਦੋਂ ਕਿ ਇੱਥੇ ਉਹਨਾਂ ਲਈ ਹਾਂ ਦਾ ਨਾਰਾ ਮਾਰਨ ਵਾਲੇ ਸਿੱਖ ਵੀ ਬਹੁਤ ਹੈਗੇ ਆ। ਬਾਕੀ ਸਟੇਟਾਂ ਦੇ ਵਿੱਚ ਐਸਾ ਕੁਝ ਨਹੀਂ ਹੈ, ਉੱਥੇ ਉਹ ਸਿਰਫ ਰਿਸੀਵਿੰਗ ਐਂਡ ਤੇ ਹੈਗੇ ਆ। ਸੋ ਇਹ ਇੱਕ ਵੱਡੀ ਚੀਜ਼ ਹੈ। ਅੰਦਰ ਅੱਜ ਸੈਮੀਨਾਰ ਦੇ ਵਿੱਚ ਵੀ ਇਹ ਚੀਜ਼ ਡਿਸਕਸ ਹੋਈ ਹੈ, ਮੈਂ ਗੱਲ ਕੀਤੀ ਹੈ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਡੇਰਾਵਾਦ ਦੀ, ਤੇ ਉਹ ਦੇਖੋ ਇਹਦੇ ਵਿੱਚ ਮੈਂ ਸਮਝਦਾ ਕਿ ਵੀ ਖਾਲੀ ਐਸਜੀਪੀਸੀ ਦੀ ਤਾਂ ਨਲਾਇਕੀ ਹੈ ਹੀ ਹੈ ਕਿ ਉਹਨਾਂ ਨੇ ਜਿਹੜਾ ਧਰਮ ਪ੍ਰਚਾਰ ਦਾ ਜਿਹੜਾ ਕੰਮ ਸੀ ਉਸ ਨੂੰ ਸੈਕੰਡਰੀ ਉਸ 'ਤੇ ਰੱਖਿਆ। ਉਹਨਾਂ ਦੀ ਜਿਹੜੀ ਪ੍ਰਾਇੋਰਟੀ ਸੀਗੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ 'ਤੇ ਹੀ ਪ੍ਰਾਇੋਰਟੀ ਰੱਖੀ। ਉਹਨਾਂ ਨੇ ਧਰਮ ਪ੍ਰਚਾਰ ਨੂੰ ਉਹਨਾਂ ਨੇ ਸੈਕੰਡਰੀ ਇਸ਼ੂ ਬਣਾ ਕੇ ਉਹਦੇ 'ਤੇ ਕੰਮ ਕੀਤਾ, ਜਦੋਂ ਕਿ ਪ੍ਰਾਇੋਰਟੀ ਜਿਹੜੀ ਹੈ ਧਰਮ ਪ੍ਰਚਾਰ ਦੀ ਹੋਣੀ ਚਾਹੀਦੀ ਸੀ। ਜੇ ਉਹ ਧਰਮ ਪ੍ਰਚਾਰ ਨੂੰ ਪ੍ਰਾਇੋਰਟੀ ਰੱਖਦੇ ਤੇ ਸਰਕਾਰ ਵੀ ਨਹੀਂ ਸੀ ਜਾਂਦੀ। ਜਦੋਂ ਉਹਨਾਂ ਨੇ ਆਪਣੀ ਜਿਹੜੀਆਂ ਪ੍ਰਾਇੋਰਟੀਜ਼ ਚੇਂਜ ਕੀਤੀਆਂ ਤੇ ਸਾਰਾ ਕੁਝ ਬਾਦਲ ਫੈਮਿਲੀ ਦੇ ਹੱਥ ਦੇ ਵਿੱਚ ਭੁਗਤਣ ਲੱਗ ਗਏ, ਤੇ ਤਾਂ ਹੀ ਇਹ ਸਾਰਾ ਕੁਝ ਡੁੱਬਿਆ। ਤੇ ਅਸੀਂ ਇਹਨੂੰ ਰਿਵਰਸ ਕਰਾਂਗੇ ਤੇ ਵਾਪਸ ਇਹਨੂੰ ਧਰਮ ਪ੍ਰਚਾਰ ਵੱਲ ਲੈ ਕੇ ਆਵਾਂਗੇ ਤੇ ਉਸ ਐਸਜੀਪੀਸੀ ਦਾ ਜਿਹੜਾ ਪ੍ਰਮੁੱਖ ਜਿਹੜਾ ਰੋਲ ਹੈ ਉਹਦੇ ਵੱਲ ਉਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਹੋਰ ਬਹੁਤ ਵੱਡਾ ਮਸਲਾ ਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਲ ਸੰਬੰਧਿਤ ਹੈਗਾ ਕਿ ਸੌਦਾ ਸਾਹਿਬ ਜਿਹੜਾ ਸੀਗਾ ਉਹਨੂੰ ਮਾਫੀ ਦਿੱਤੀ ਜਾਂਦੀ ਹੈਗੀ, ਉਹਦੇ ਬਾਅਦ ਮਾਫੀ ਵਾਪਸ ਲਈ ਜਾਂਦੀ ਜਦੋਂ ਸਿੱਖ ਸੰਗਤਾਂ ਵਿਰੋਧ ਕਰਦੀਆਂ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਖਾਂ ਰੁਪਏ ਦੇ ਇਸ਼ਤਿਹਾਰ ਜਿਹੜੇ ਅਖਬਾਰਾਂ ਦੇ ਵਿੱਚ ਦਿੰਦੀ ਹੈਗੀ। ਜਦੋਂ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇਸ ਬਾਬਤ ਸਵਾਲ ਕੀਤਾ ਜਾਂਦਾ ਹੈਗਾ ਤਾਂ ਉਹ ਜਿਹੜੇ ਹੈਗੇ ਨੇ ਇਹਦਾ ਜਵਾਬ ਨਹੀਂ ਦਿੰਦੇ। ਉਹ ਕਹਿੰਦੇ ਕਿ ਪਿਛਲੀਆਂ ਘਟਨਾਵਾਂ ਜਿਹੜੀਆਂ ਹੋ ਗਈਆਂ ਤਾਂ ਫਿਰ ਇਹ ਪਿੱਛੇ ਦੀ ਪਿੱਛੇ ਪਰਤ ਉਧੜਦੀ ਜਾਣੀ ਹੈਗੀ।
ਤਾਂ ਜਦੋਂ ਤੁਹਾਡੇ ਹੱਥ 'ਚ ਪ੍ਰਬੰਧ ਆਊਗਾ ਤਾਂ ਉਹਦੇ ਬਾਅਦ ਜਿਹੜਾ ਹੈਗਾ ਤੁਹਾਡਾ ਧੜਾ ਇਸ ਮਸਲੇ ਤੇ ਕੀ ਕਰੂਗਾ? ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਵੀ ਉਸ ਸਮੇਂ ਹੋਣਗੇ ਮੌਜੂਦਾ, ਉਹਨਾਂ ਨੂੰ ਕਿਸ ਤਰ੍ਹਾਂ ਰਿਕੁਐਸਟ ਜਿਹੜੀ ਹੈਗੀ ਕੀਤੀ ਜਾਊਗੀ, ਬੇਨਤੀ ਕਿ ਇਸ ਮਸਲੇ ਦਾ ਸੱਚ ਜਿਹੜਾ ਹੈਗਾ ਗਾ। ਬੇਸ਼ੱਕ ਚਰਚਾਵਾਂ ਬਹੁਤ ਪ੍ਰਕਾਰ ਦੀਆਂ ਚੱਲ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਘਰ ਸਿੰਘ ਸਾਹਿਬਾਨਾਂ ਨੂੰ ਬੁਲਾਇਆ, ਉੱਥੇ ਫੈਸਲਾ ਹੋਇਆ, ਚਿੱਠੀ ਆਈ ਨਹੀਂ ਆਈ, ਚਰਚਾਵਾਂ ਚੱਲ ਰਹੀਆਂ ਨੇ। ਪਰ ਅਧਿਕਾਰਤ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਨੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਜਿਹੜਾ ਹੈਗਾ ਬਿਆਨ ਨਹੀਂ ਦਿੱਤਾ, ਸਾਬਕਾ ਜਥੇਦਾਰ ਨੂੰ ਤਲਬ ਜਿਹੜਾ ਨਹੀਂ ਕੀਤਾ ਗਿਆ। ਇਹਦੇ ਲਈ ਤੁਹਾਡੀਆਂ ਕੀ ਕੋਸ਼ਿਸ਼ਾਂ ਹੋਣਗੀਆਂ? ਕਿਉਂਕਿ ਇਹ ਮਸਲਾ ਬਹੁਤ ਜ਼ਿਆਦਾ ਸੈਂਸਿਟਿਵ ਹੈ, ਬਹੁਤ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਸਿੱਖ ਸੰਗਤਾਂ ਦੀਆਂ ਨੂੰ। ਇਸ ਮਸਲੇ ਤੇ ਤੁਸੀਂ ਕੀ ਕਰੋਗੇ ਜੇ ਸੰਗਤਾਂ ਜਿਹੜੀਆਂ ਹੈਗੀਆਂ ਤੁਹਾਡੀ ਪਾਰਟੀ ਨੂੰ ਮੌਕਾ ਜਿਹੜਾ ਦਿੰਦੀਆਂ ਨੇ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਹੀ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇਹ ਗੱਲ ਕੀਤੀ ਕਿ ਜੇ ਅਸੀਂ ਪਿੱਛੀਆਂ ਪਰਤਾਂ ਉਧੇੜਾਂਗੇ ਤਾਂ ਪਰਤਾਂ ਉਧੜਦੀਆਂ ਜਾਣਗੀਆਂ ਤੇ ਬਹੁਤ ਦੂਰ ਚਲੀਆਂ ਜਾਣਗੀਆਂ। ਚਲੀਆਂ ਜਾਣ ਜਿੰਨੀ ਦੂਰ ਜਾਣੀਆਂ, ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ? ਉਹ ਕਿਹਨੂੰ ਬਚਾਉਣਾ ਚਾਹੁੰਦੇ ਆ? ਜਿਹੜੀਆਂ ਪਰਤਾਂ ਉਧੜਨਗੀਆਂ ਤੇ ਉਹਨਾਂ ਤੱਕ ਜਾਣਗੀਆਂ, ਉਹਨੂੰ ਕਿਉਂ ਬਚਾਉਣਾ ਚਾਹੁੰਦੇ ਆ? ਉਸ ਪਰਤ ਨੂੰ ਕਿਉਂ ਨਹੀਂ ਉਧੜਨ ਦੇਣਾ ਚਾਹੁੰਦੇ ਹਰਪ੍ਰੀਤ ਸਿੰਘ ਜੀ? ਇਹ ਸਭ ਤੋਂ ਵੱਡਾ ਇਸ਼ੂ ਹੈ। ਤੇ ਜਦੋਂ ਸਾਡੇ ਕੋਲ ਜੇ ਪ੍ਰਬੰਧ ਆਏਗਾ, ਜਿਸ ਸਮੇਂ ਆਏਗਾ, ਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈਗਾ ਉਹ ਬਿਨਾਂ ਕਿਸੇ ਦਬਾਅ ਦੇ ਉੱਪਰ ਜਿਹੜਾ ਉਹਦਾ ਬਣਦਾ ਕੰਮ ਹੈ ਉਹ ਕਰੇ। ਉਹ ਸਿੱਖਾਂ ਦੀ ਇੱਕ ਸਿਰਮੌਰ ਸੰਸਥਾ ਦਾ ਮੁੱਖ ਬੁਲਾਰਾ, ਮੁੱਖ ਸੇਵਾਦਾਰ ਹੋਏਗਾ, ਜਥੇਦਾਰ ਹੋਏਗਾ, ਤੇ ਉਸ ਨੂੰ ਸਿੱਖਾਂ ਦੇ ਜਿਹੜਾ ਸ਼ਾਨਾ ਮਤਾ ਇਤਿਹਾਸ ਹੈ ਉਸ ਨੂੰ ਅੱਗੇ ਲਿਜਾਣ ਲਈ ਉਹਨੂੰ ਕੰਮ ਕਰਨਾ ਪਏਗਾ ਤੇ ਉਹ ਛੋਟੀਆਂ ਗੱਲਾਂ ਦੇ ਵਿੱਚ ਉਹ ਨਾ ਪਵੇ। ਅਸੀਂ ਉਮੀਦ ਕਰਾਂਗੇ ਤੇ ਜਥੇਦਾਰ ਦੀ ਜਿਹੜੀ ਨਿਯੁਕਤੀ ਹੋਏਗੀ ਉਹ ਵੀ ਬੜੇ ਸੋਚ ਸਮਝ ਕੇ ਐਸੇ ਯੋਗ ਬੰਦੇ ਨੂੰ ਜਥੇਦਾਰੀ ਸੌਂਪੀ ਜਾਏਗੀ। ਤੇ ਮੈਂ ਸਮਝਦਾ ਕਿ ਬਈ ਮਹਾਰਾਜ ਕਿਰਪਾ ਕਰਨਗੇ ਤੇ ਅਸੀਂ ਪ੍ਰਬੰਧ ਇੱਕ ਵਾਰੀ ਤਬਦੀਲੀ ਪੂਰੀ ਲੈ ਕੇ ਆਵਾਂਗੇ ਤੇ ਸੰਗਤ ਜਿਹੜੀ ਆ ਉਹਦੇ ਵਿੱਚ ਸੰਗਤ ਦਾ ਭਰੋਸਾ ਵੀ ਸਾਡੇ ਵਿੱਚ ਆਏਗਾ। ਨਹੀਂ, ਮਾਫੀ ਵਾਲੇ ਮਸਲੇ ਤੇ ਤੁਸੀਂ ਸਿੰਘ ਸਾਹਿਬ ਨੂੰ ਬੇਨਤੀ ਕਰੋਗੇ, ਜਿਹੜੇ ਵੀ ਸਿੰਘ ਸਾਹਿਬ ਉਸ ਸਮੇਂ ਹੋਣਗੇ, ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਮਾਮਲੇ ਬਾਰੇ ਜਿਹੜਾ ਪੂਰਾ ਸੱਚ ਆ ਉਹ ਸਿੱਖ ਸੰਗਤਾਂ ਨੂੰ ਜਿਹੜਾ ਦੱਸਿਆ ਬਿਲਕੁਲ ਆਉਣਾ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਮਤਲਬ ਜੋ ਵੀ ਇਸ ਇਸ਼ੂ ਦੇ ਉੱਪਰ ਜਿਹੜਾ ਸੱਚ ਹੈਗਾ, ਜਿਹੜਾ ਸੀਐਮ ਹਾਊਸ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ ਤਾਂ ਦੇਖੋ ਕੋਈ ਦੋ ਰਾਵਾਂ ਹੈ ਹੀ ਨਹੀਂ ਹੈ। ਇਹ ਤਾਂ ਜੇ ਤੁਸੀਂ ਕਹਿ ਰਹੇ ਹੋ ਕਿ ਗੁਰਬਚਨ ਸਿੰਘ ਜੀ ਚੁੱਪ ਹੈ, ਗੁਰਬਚਨ ਸਿੰਘ ਇਹ ਵੀ ਨਹੀਂ ਕਹਿ ਰਿਹਾ ਮੈਂ ਨਹੀਂ ਗਿਆ, ਉਹ ਬੋਲ ਨਹੀਂ ਰਿਹਾ, ਜਦੋਂ ਕਿ ਗੁਰਮੁਖ ਸਿੰਘ ਕਹਿ ਰਿਹਾ ਕਿ ਅਸੀਂ ਗਏ ਹਾਂ। ਜੇ ਗੁਰਬਚਨ ਸਿੰਘ ਉੱਥੇ ਨਹੀਂ ਗਿਆ ਤੇ ਗੁਰਬਚਨ ਸਿੰਘ ਕਹਿ ਦੇ ਕਿ ਮੈਂ ਨਹੀਂ ਗਿਆ ਜੀ, ਲੇਕਿਨ ਉਹ ਇਹ ਵੀ ਨਹੀਂ ਕਹਿ ਰਿਹਾ, ਚੁੱਪ ਵੱਟ ਲਈ ਉਹਨੇ। ਉਹ ਜਿਹੜੀ ਚੁੱਪੀ ਆ ਉਹ ਦਰਸਾ ਰਹੀ ਹੈ ਕਿ ਉਹ ਉੱਥੇ ਗਏ ਹੈ, ਉਹਨਾਂ ਨੂੰ ਬੁਲਾਇਆ ਗਿਆ ਤੇ ਉਹ ਇੱਕ ਵਾਰੀ ਨਹੀਂ ਕਈ ਵਾਰੀ ਉੱਥੇ ਗਏ ਆ ਤੇ ਜਿਹੜਾ ਉਹਨਾਂ ਦੇ ਦਬਾਅ ਦੇ ਵਿੱਚ ਕੰਮ ਕਰ ਰਹੇ ਸੀ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਤੇ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ ਕਿ ਮੈਂ ਪਰਤਾਂ ਨਹੀਂ ਉਧੇੜਨਾ ਚਾਹੁੰਦਾ, ਪਰਤ ਉਧਰ ਦੀਆਂ ਚਲੀਆਂ ਜਾਣਗੀਆਂ ਤੇ ਬਹੁਤ ਦੂਰ ਚਲੀਆਂ ਜਾਣਗੀਆਂ, ਚਲੀਆਂ ਜਾਣ ਜਿੰਨੀ ਦੂਰ ਜਾਣੀਆਂ, ਕੀ ਦਿੱਕਤ ਹੈ? ਕਿਸ ਨੂੰ ਲੁਕੋ ਰਹੇ ਆ ਉਹ? ਸੋ ਇਹਦੇ ਵਿੱਚ ਤਾਂ ਕੋਈ ਮਤਲਬ ਜਗ ਜ਼ਾਹਰ ਗੱਲਾਂ ਹੈਗੀਆਂ ਕਿ ਜਥੇਦਾਰ ਜਿਹੜੇ ਅਪਾਇੰਟ ਹੋਏ ਆ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਅਸੀਂ ਇਸ ਚੀਜ਼ ਨੂੰ ਦੂਰ ਕਰਾਂਗੇ ਤੇ ਸਿੱਖਾਂ ਦੇ ਇੰਟਰਸਟ ਦੇ ਵਿੱਚ ਜਥੇਦਾਰ ਜਿਹੜਾ ਹੈਗਾ ਉਹ ਫੈਸਲੇ ਲਏ, ਐਸਾ ਅਸੀਂ ਯਕੀਨੀ ਬਣਾਵਾਂਗੇ। ਗਿਆਨੀ ਹਰਪ੍ਰੀਤ ਸਿੰਘ ਜੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ, ਉਹਨਾਂ ਦੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੈ, ਆਰਐਸਐਸ ਨੂੰ ਲੈ ਕੇ ਬਿਆਨਬਾਜ਼ੀ ਹੈ ਜਾਂ ਬਾਕੀ ਪੰਥਕ ਮੁੱਦਿਆਂ ਤੇ ਬਿਆਨਬਾਜ਼ੀ ਹੈ, ਬਹੁਤ ਸਾਰੇ ਐਸੇ ਕੌਮ ਦੇ ਸ਼ਹੀਦ ਨੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮੈਨੂੰ ਲੱਗਦਾ ਪਹਿਲੀ ਵਾਰੀ ਸੁਰਖੀਆਂ 'ਚ ਆਏ ਹੋਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਾਏ ਨੇ। ਪਹਿਲਾਂ ਚੁੱਪ-ਚੁਪੀਤੇ ਮਨਾਏ ਗਏ ਜਾਂ ਨਹੀਂ ਮਨਾਏ ਗਏ, ਇਹ ਵੀ ਇੱਕ ਰਹੱਸ ਹੈਗਾ। ਤਾਂ ਕੀ ਲੱਗ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਜਿਹੜਾ ਹੈ ਕਿਸੇ ਸਿਆਸੀ ਪਾਰਟੀ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਜਾਂ ਸੱਚਮੁੱਚ ਹੀ ਜਿਹੜੇ ਮੌਜੂਦਾ ਜਥੇਦਾਰ ਨੇ ਉਹ ਕੌਮ ਦੀ ਗੱਲ ਕਰ ਰਹੇ ਨੇ, ਕੌਮ ਨੂੰ ਜਿਹੜੀ ਹੈਗੀ ਸੇਧ ਦੇਣ ਦੀ ਗੱਲ ਉਹ ਕਰ ਰਹੇ ਨੇ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਆਰਐਸਐਸ ਨਾਲ ਸੰਬੰਧਾਂ ਦੀ, ਉਹ ਤਾਂ ਪਬਲਿਕਲੀ 9 ਮਾਸ ਦਾ ਰਿਸ਼ਤਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀਗਾ ਤੇ ਹੁਣ ਉਹ 9 ਮਾਸ ਦਾ ਰਿਸ਼ਤਾ ਜਿਹੜਾ ਟੁੱਟ ਗਿਆ ਤੇ ਹੁਣ ਆਰਐਸਐਸ ਜਿਹੜੀ ਹੈ ਉਹ ਆਪਣਾ ਏਜੰਡਾ ਫੋਲੋ ਕਰ ਰਹੀ ਹੈ ਤੇ ਅਕਾਲੀ ਦਲ ਚਾਹ ਰਿਹਾ ਕਿ ਵੀ ਮੈਂ ਵਾਪਸ ਜਿਹੜਾ ਹੈ ਪੰਥਕ ਆਪਣੇ ਆਪ ਨੂੰ ਸਾਬਤ ਕਰਾਂ। ਉਸੇ ਸਾਬਤ ਕਰਨ ਦੇ ਚੱਕਰ ਦੇ ਵਿੱਚ ਜਥੇਦਾਰ ਨੂੰ ਯੂਜ਼ ਕੀਤਾ ਜਾ ਰਿਹਾ ਤੇ ਇਹ ਜਿਹੜੇ ਤੁਸੀਂ ਸ਼ਹੀਦੀ ਦਿਹਾੜਿਆਂ ਦੀਆਂ ਗੱਲਾਂ ਕਰ ਰਹੇ ਹੋ ਇਹ ਵੀ ਰਿਵਾਈਵਲ ਵੱਲ ਇੱਕ ਟਰਾਈ ਹੈਗੀ ਆ, ਲੇਕਿਨ ਜਿਹੜੀ ਇਹ ਸਿੱਖ ਸੰਗਤ ਹੈ ਉਹ ਇੰਨੀ ਖਫਾ ਹੋ ਚੁੱਕੀ ਹੈ ਕਿ ਉਹਨਾਂ ਨੂੰ ਇਹਨਾਂ ਦਾ ਚਿਹਰਾ ਜਿਹੜਾ ਹੈ ਉਹ ਸੰਗਤ ਦੇ ਵਿੱਚ ਪੂਰਾ ਐਕਸਪੋਜ਼ ਹੋ ਚੁੱਕਿਆ। ਸੋ ਹੁਣ ਇਹਨਾਂ ਦੇ ਝਾਂਸੇ ਦੇ ਵਿੱਚ ਨਹੀਂ ਆਏਗੀ ਤੇ ਇਹਨਾਂ ਨੂੰ ਉਹ ਚੱਲਦਾ ਕਰਨ ਦਾ ਮਨ ਸਿੱਖ ਸੰਗਤ ਨੇ ਬਣਾ ਲਿਆ ਤੇ ਬਹੁਤ ਜਲਦੀ ਜਿੱਦਾਂ ਹੀ ਇਲੈਕਸ਼ਨ ਜਿਹੜੀ ਹੈ ਅਨਾਉਂਸ ਹੁੰਦੀ ਹੈ ਤੇ ਮੈਂ ਸਮਝਦਾ ਕਿ ਬਈ ਸੰਗਤ ਨੂੰ ਫਰੈਸ਼ ਹਵਾ ਜਿਹੜੀ ਹੈ ਉੱਥੇ ਦੇਖਣ ਨੂੰ ਮਿਲੇਗੀ। ਜਦੋਂ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਅਸਤੀਫਾ ਦਿੰਦਾ, ਐਨਡੀਏ ਚੋਂ ਬਾਹਰ ਹੁੰਦਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਹਲਚਲ ਜਿਹੜੀ ਹੈਗੀ ਉਹ ਸ਼ੁਰੂ ਹੁੰਦੀ ਹੈਗੀ। ਤਾਂ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਿਹੜੀਆਂ ਹੈਗੀਆਂ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਜਿਹੜੀ ਹਲਚਲ ਕਰਵਾਈ ਗਈ ਹੈ। ਕੁਝ ਧਿਰਾਂ ਜਾਂ ਕੁਝ ਲੋਕਾਂ 'ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਢੀਂਡਸਾ ਸਾਹਿਬ ਜਿਹੜੇ ਨੇ ਉਹ ਪਹਿਲਾਂ
ਜਦੋਂ ਖੇਤੀ ਬਿੱਲਾਂ ਤੋਂ ਪਹਿਲਾਂ ਉਹ ਗੱਲ ਕਰਦੇ ਸੀ ਕਿ ਅਸੀਂ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਨਾਲ ਵੀ ਸਮਝੌਤਾ ਕਰਨ ਬਾਰੇ ਸਿਆਸੀ ਤੌਰ ਤੇ ਸੋਚ ਸਕਦੇ ਹਾਂਗੇ। ਤਾਂ ਇਹ ਚਰਚਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕੇਂਦਰ ਸਰਕਾਰ ਨੇ ਖੁਦ ਜਿਹੜਾ ਮੌਕਾ ਦੇਖ ਕੇ ਆਪਣੇ ਆਪ ਜਿਹੜਾ ਹੈਗਾ ਇਲੈਕਸ਼ਨ ਕਰਾਉਣ ਦਾ ਫੈਸਲਾ ਕੀਤਾ ਜਾਂ ਇਹ ਚਰਚਾ ਚੱਲ ਰਹੀ ਹੈ ਕਿ ਢੀਂਡਸਾ ਸਾਹਿਬ ਨੇ ਜਿਹੜਾ ਪ੍ਰੈਸ਼ਰਾਈਜ਼ ਕੀਤਾ, ਢੀਂਡਸਾ ਸਾਹਿਬ ਦੀ ਵੀ ਬੀਜੇਪੀ ਦੇ ਨਾਲ ਜਿਹੜੇ ਵਧੀਆ ਸੰਬੰਧ ਨੇ, ਇਹ ਚਰਚਾਵਾਂ ਬਾਰੇ ਤੁਸੀਂ ਜਿਹੜਾ ਕੀ ਕਹੋਗੇ? ਦੇਖੋ ਇਸ ਚਰਚਾ ਦੇ ਵਿੱਚ ਤੁਸੀਂ, ਮੈਂ ਸਮਝਦਾ ਕਿ ਵੀ ਢੀਂਡਸਾ ਸਾਹਿਬ ਦਾ ਇੰਨਾ ਪ੍ਰੈਸ਼ਰ ਨਹੀਂ ਹੈ ਕਿ ਉਹ ਬੀਜੇਪੀ ਨੂੰ ਪ੍ਰੈਸ਼ਰਾਈਜ਼ ਕਰ ਲੈਣ। ਉਹ ਇਕੱਲੇ ਇੱਕ ਐਮਪੀ ਹੈਗਾ। ਇਸ ਨੂੰ ਮੈਂ ਦੂਸਰੇ ਐਂਗਲ ਤੋਂ ਦੇਖਦਾ ਕਿ ਬੀਜੇਪੀ ਨੂੰ ਪ੍ਰੈਸ਼ਰਾਈਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਕਰ ਰਿਹਾ ਸੀ ਕਿ ਤੁਸੀਂ ਇਲੈਕਸ਼ਨ ਨਾ ਕਰਾਓ, ਕਿਉਂਕਿ ਇਲੈਕਸ਼ਨ ਕਰਾਉਣ ਲਈ ਬਹੁਤ ਦੇਰ ਤੋਂ ਪ੍ਰੈਸ਼ਰ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਸੀ। ਹਾਈ ਕੋਰਟ ਦੇ ਵਿੱਚ ਵੀ ਰਿਟਾਂ ਸੀਗੀਆਂ ਤੇ ਬੜੀ ਆਵਾਜ਼ ਜਿਹੜੀ ਹੈ ਬੁਲੰਦ ਕੀਤੀ ਜਾ ਰਹੀ ਸੀ ਪਬਲਿਕ ਵੱਲੋਂ, ਡਿਮਾਂਡਸ ਹੋ ਰਹੀਆਂ ਸੀਗੀਆਂ, ਮਤੇ ਪੈ ਰਹੇ ਸੀਗੇ। ਈਵਨ ਪੰਜਾਬ ਗਵਰਨਮੈਂਟ ਕਹਿ ਰਹੀ ਸੀ ਕਿ ਐਸਜੀਪੀਸੀ ਦੀ ਇਲੈਕਸ਼ਨ ਡਿਊ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈਗਾ ਉਹ ਉਸ ਇਲੈਕਸ਼ਨ ਨੂੰ ਰੋਕਣ ਲਈ ਅੰਦਰ ਖਾਤੇ ਦਬਾਅ ਪਾ ਰਿਹਾ ਸੀ ਤੇ ਜਦੋਂ ਉਹ ਦਬਾਅ ਮੁੱਕਿਆ, ਉਹਨਾਂ ਦੇ ਨਾਲ ਉਹਨਾਂ ਦਾ ਨਾਤਾ ਟੁੱਟਿਆ ਤੇ ਉਸਨੇ ਉਹ ਫੈਸਲਾ ਜਿਹੜਾ ਹੈਗਾ ਮੈਂ ਸਮਝਦਾ ਕਿ ਵੀ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਲੀਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਹਿੱਸਾ ਲੈਣਗੇ ਉਹ ਜਿਹੜੀ ਹੈਗੀ ਹੈ ਸਿਆਸੀ ਚੋਣ ਜਿਹੜੀ ਉਹ ਨਹੀਂ ਲੜ ਸਕਦੇ, ਐਮਐਲਏ ਦੀ ਜਾਂ ਹੋਰ ਸਿਆਸੀ ਐਕਟੀਵਿਟੀ 'ਚ ਹਿੱਸਾ ਨਹੀਂ ਲੈ ਸਕਦੇ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਜਾਂ ਇਹ ਕਿਹਾ ਜਾਂਦਾ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਆ ਜਿਹੜਾ ਸਿੱਖੀ ਦੇ ਵਿੱਚ ਧਰਮ ਤੇ ਸਿਆਸਤ ਜਿਹੜੀ ਹੈਗੀ ਆ, ਰਾਜਨੀਤੀ ਹੈ, ਉਹ ਚੱਲਦੀਆਂ ਨੇ ਇਕੱਠੀਆਂ। ਤੇ ਇਸ ਕਰਕੇ ਤੁਸੀਂ ਕੀ ਜੋ ਦਾਅਵਾ ਕਰ ਰਹੇ ਹੋ, ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਤਾਂ ਉਹ ਮੌਕੇ ਦੇ ਹਿਸਾਬ ਦੇ ਨਾਲ ਪਲਟ ਵੀ ਜਾਂਦੀਆਂ ਨੇ। ਪੰਜਾਬ ਦੇ ਵਿੱਚ ਇੱਕ ਲੰਬਾ ਇਤਿਹਾਸ ਹੈ ਜੀ, ਆਪਾਂ ਪਿੱਛੇ ਦੇਖੀਏ ਤਾਂ ਜੋ ਕਹਿੰਦੇ ਨੇ ਉਹ ਕੀਤਾ ਨਹੀਂ ਜਾਂਦਾ, ਉਹਦੇ ਤੋਂ ਉਲਟ ਕੀਤਾ ਜਾਂਦਾ ਜਾਂ ਬਿਆਨ ਜਿਹੜੇ ਬਦਲੇ ਜਾਂਦੇ ਨੇ। ਤੁਸੀਂ ਕੀ ਔਨ ਰਿਕਾਰਡ ਕੈਮਰੇ ਤੇ ਦਾਅਵਾ ਕਰਦੇ ਹੋ ਕਿ ਜਿਹੜਾ ਦਾਅਵਾ ਤੁਸੀਂ ਅੱਜ ਤੁਹਾਡੀ ਪਾਰਟੀ ਕਰ ਰਹੀ ਹੈ, ਅੱਗੇ ਇਸ ਦਾਅਵੇ ਤੇ ਜਿਹੜੀ ਹੈ ਪੂਰੀ ਤਰ੍ਹਾਂ ਪਰਪੱਕ ਹੋ ਕੇ ਦਿਖਾਏਗੀ ਸਿੱਖ ਸੰਗਤਾਂ ਨੂੰ, ਪੰਜਾਬੀਆਂ ਨੂੰ? ਦੇਖੋ ਬਿਲਕੁਲ, ਸਾਡਾ ਜਿਹੜਾ ਬਾਕੀ ਜਥੇਬੰਦੀਆਂ ਦੇ ਨਾਲ ਜਦੋਂ ਅਲਾਇੰਸ ਹੋਏਗਾ ਉਹਦੇ ਵਿੱਚ ਵੀ ਜਿਹੜੀ ਹੈ ਸਾਡੀ ਸ਼ਰਤਾਂ ਇਹੀ ਰਹਿਣਗੀਆਂ ਕਿ ਜਿਹੜੇ ਬੰਦਿਆਂ ਨੂੰ ਅਸੀਂ ਗੁਰਦੁਆਰਾ ਪ੍ਰਬੰਧ ਦੇ ਵਿੱਚ ਉਤਾਰਨਾ ਉਹਨਾਂ ਨੂੰ ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਕੋਈ ਜ਼ਿੰਮੇਵਾਰੀ ਨਹੀਂ ਦੇਣੀ। ਇਹ ਸਾਡੀ ਬੇਸਿਕ ਬਾਟਮ ਲਾਈਨ ਹੋਏਗੀ। ਇਹਦੇ ਉੱਪਰ ਖੜਾ ਹੋ ਕੇ ਗੁਰਦੁਆਰਾ ਪ੍ਰਬੰਧ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਏਗੀ, ਕਿਉਂਕਿ ਗੁਰਦੁਆਰਾ ਪ੍ਰਬੰਧ ਦਾ ਜਿਹੜੀ ਟਾਸਕ ਹੈ ਉਹ ਵੀ ਐਡੀ ਹਰਕਿਊਲੀਅਨ ਟਾਸਕ ਹੈ ਕਿ ਉਹ ਐਡਾ ਵੱਡਾ ਕੰਮ ਹੈ, ਉਸ ਨੂੰ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੈ। ਇਹ ਜਿਹੜੀ ਪ੍ਰੋਬਲਮ ਆਈ ਹੈ ਇਸੇ ਕਰਕੇ ਆਈ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਇਗਨੋਰ ਕੀਤਾ ਗਿਆ ਤੇ ਜਿਹੜੇ ਬੰਦੇ ਉੱਥੇ ਲਈ ਚੁਣੇ ਗਏ ਉਹ ਉੱਥੇ ਕੰਮ ਨਹੀਂ, ਤਵੱਜੋ ਨਹੀਂ ਸੀ ਦਿੰਦੇ। ਉਹ ਤਵੱਜੋ ਜਿਹੜੀ ਆ ਵਿਧਾਨ ਸਭਾ ਨੂੰ ਜਾਂ ਪਾਰਲੀਮੈਂਟ ਵੱਲ ਉਹਨਾਂ ਦਾ ਰੁਖ ਹੁੰਦਾ ਸੀ ਤੇ ਗੁਰਦੁਆਰਾ ਪ੍ਰਬੰਧ ਜਿਹੜਾ ਪਿਛੜਦਾ ਚਲਾ ਗਿਆ। ਤੇ ਇਸੇ ਚੀਜ਼ ਨੂੰ ਦੂਰ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਜਿੰਨੇ ਲੋਕੀ ਗੁਰਦੁਆਰਾ ਪ੍ਰਬੰਧ ਲਈ ਉਤਾਰਾਂਗੇ ਉਹ ਜਿਹੜੇ ਹੈ ਉਹਨਾਂ ਕੋਲੋਂ ਆਪਾਂ ਇਹ ਮਤਲਬ ਪ੍ਰਣ ਲਾਂਗੇ ਕਿ ਅਸੀਂ ਗੁਰਦੁਆਰਾ ਪ੍ਰਬੰਧ ਤੋਂ ਇਲਾਵਾ ਹੋਰ ਕਿਸੇ ਐਕਟੀਵਿਟੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਾਂਗੇ, ਸਾਡਾ ਇੰਟਰਸਟ ਨਹੀਂ ਹੋਏਗਾ। ਭਾਵੇਂ ਐਸੀ ਗੱਲ ਨਹੀਂ ਹੈ ਕਿ ਵੀ ਉਹ ਰੈਲੀਆਂ ਨਹੀਂ ਅਟੈਂਡ ਕਰਨਗੇ, ਰੈਲੀਆਂ ਅਟੈਂਡ ਕਰਨਗੇ, ਰੈਲੀਆਂ 'ਚ ਬੋਲਣਗੇ ਵੀ, ਲੇਕਿਨ ਉਹ ਮਤਲਬ ਜ਼ਿੰਮੇਵਾਰੀ ਨਹੀਂ ਲੈਣਗੇ ਕਿ ਇਹ ਨਹੀਂ ਹੋਏਗਾ ਕਿ ਵੀ ਉਹ ਜਿਹੜਾ ਮੈਂਬਰ ਹੋਏਗਾ ਕੱਲ੍ਹ ਨੂੰ ਕਹੇ ਜੀ ਮੈਨੂੰ ਤੁਸੀਂ ਐਮਐਲਏ ਵੀ ਬਣਾਓ ਤੇ ਮੈਂ ਵਿਧਾਨ ਸਭਾ 'ਚ ਵੀ ਜਾ ਕੇ ਲੋਕਾਂ ਦੀ ਸੇਵਾ ਕਰਾਂਗਾ। ਕਿਉਂਕਿ ਗੁਰਦੁਆਰਾ ਪ੍ਰਬੰਧ ਦਾ ਕੰਮ ਹੀ ਐਡਾ ਵੱਡਾ ਹੈ ਕਿ ਪਹਿਲਾਂ ਜਦ ਤੱਕ ਉਹਨੂੰ ਦਰੁਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਮਸਲਾ ਹੱਲ ਨਹੀਂ ਹੋਏਗਾ ਤੇ ਪਬਲਿਕ ਜਿਹੜੀ ਹੈ ਸੈਟੀਸਫਾਈ ਨਹੀਂ ਹੋਏਗੀ। ਸੋ ਇਸ ਇਸ਼ੂ ਨੂੰ ਸੌਰਟ ਆਊਟ ਕਰਨ ਲਈ ਇਹ ਜਿਹੜਾ ਫੈਸਲਾ ਕੀਤਾ ਗਿਆ। ਆਖਰੀ ਸਵਾਲ ਹੈ ਮੇਰਾ ਕਿ ਇੱਕ ਚਰਚਾ ਚੱਲ ਰਹੀ ਹੈ ਕਿ ਭਾਜਪਾ ਨੂੰ ਜਿਹੜਾ ਪੰਜਾਬ ਦੇ ਵਿੱਚ, ਜਾਂ ਇਹ ਕਹਿ ਲਓ ਕਿ ਭਾਜਪਾ ਦੇ ਨਾਲ ਘੱਟ ਗਿਣਤੀ ਜਮਾਤਾਂ ਜਿਹੜੀਆਂ ਉਹ ਨਹੀਂ ਤੁਰਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਹੀਂ ਇਹ ਰੰਗਤ ਦਿੱਤੀ ਜਾਂਦੀ ਸੀ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਸਾਡੇ ਨਾਲ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਹੈਗਾ। ਤਾਂ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਜਿਹੜਾ ਭਾਜਪਾ ਦਾ ਥਾਪੜਾ ਹੈ, ਕਿ ਸੁਖਦੇਵ ਸਿੰਘ ਢੀਂਡਸਾ ਵੀ ਭਵਿੱਖ ਦੇ ਵਿੱਚ ਭਾਜਪਾ ਨਾਲ ਅਲਾਇੰਸ ਕਰ ਸਕਦੇ ਆ, ਕਿਉਂਕਿ ਭਾਜਪਾ ਉਸੇ ਅਕਾਲੀ ਦਲ ਨਾਲ ਜਾਊਗਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਸ ਦੇ ਕੋਲੇ ਹੋਊਗਾ। ਦੇਖੋ ਇਹ ਤਾਂ ਅਜੇ ਕਹਿਣਾ ਬਹੁਤ ਮਤਲਬ ਪ੍ਰੀਮੈਚੁਰ ਗੱਲ ਹੋਏਗੀ, ਕਿਉਂਕਿ ਅਜੇ ਐਸਜੀਪੀਸੀ ਦੀ ਇਲੈਕਸ਼ਨ ਤਕਰੀਬਨ 8 ਮਹੀਨੇ ਸਾਲ ਲੱਗ ਜਾਏਗਾ। ਉਸ ਤੋਂ ਬਾਅਦ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਆ 2022 ਤੱਕ ਹੈਗੀ ਆ। ਉਦੋਂ ਤੱਕ ਕੀ ਸਮੀਕਰਨ ਬਣਦਾ ਹੈ, ਵਾਇਬਿਲਿਟੀ ਕਿਹਦੇ ਨਾਲ ਬਣੇਗੀ, ਆਮ ਆਦਮੀ ਨਾਲ ਬਣਦੀ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਇੰਡੀਪੈਂਡੈਂਟ ਇਲੈਕਸ਼ਨ ਲੜਦਾ ਹੈ ਜਾਂ ਕਿਹਦੇ ਨਾਲ ਅਲਾਇੰਸ ਕਰਦਾ, ਇਹ ਉਦੋਂ ਤੈਅ ਕੀਤਾ ਜਾਏਗਾ। ਲੇਕਿਨ ਐਜ਼ ਆਫ ਨਾਓ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਅਲਾਇੰਸ ਦੀ ਕੋਈ ਸੰਭਾਵਨਾ ਨਹੀਂ ਹੈ। ਭਾਜਪਾ ਨਾਲ ਹੋ ਸਕਦਾ ਜੀ ਇਹ ਹਾਲਾਤ? ਭਾਜਪਾ ਨਾਲ ਜਿਹੜਾ ਅਜੇ ਤਾਂ ਦੇਖੋ ਬਾਕੀ ਕਿਸੇ ਨਾਲ ਵੀ ਹੋ ਸਕਦਾ। ਜਿਹੜਾ ਬੰਦਾ ਵਿਧਾਨ ਸਭਾ ਦੇ ਵਿੱਚ ਪਬਲਿਕ ਨੂੰ ਰਿਪਰੈਜ਼ੈਂਟ ਕਰਨ ਦੀ ਸਮਰੱਥਾ ਰੱਖਦਾ ਹੋਏਗਾ, ਆਈਡੀਓਲੋਜੀਕਲੀ ਜਿਹਦੇ ਨਾਲ ਨਹੀਂ ਟਕਰਾਅ ਹੁੰਦਾ ਹੋਏਗਾ, ਜਿਹਨੂੰ ਅਸੀਂ ਉਹਦੇ ਨਾਲ ਸਾਡਾ ਅਲਾਇੰਸ ਹੋ ਸਕਦਾ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਬਹੁਤ। ਸੋ ਇਹ ਸਨ ਸਰਦਾਰ ਅਮਰਿੰਦਰ ਸਿੰਘ, ਜਿਨ੍ਹਾਂ ਨੇ ਕਿ ਐਸਜੀਪੀਸੀ ਇਲੈਕਸ਼ਨ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਨਾਲ ਸੰਬੰਧਿਤ ਹਰ ਸਵਾਲ ਦੇ ਉੱਪਰ ਜਿਹੜਾ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਸੋ ਦੁਬਾਰਾ ਫਿਰ ਕਿਸੇ ਨਵੇਂ ਗੈਸਟ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਦੇ ਲਈ ਦਿਓ ਆਗਿਆ। ਧੰਨਵਾਦ।
ਧੰਨਵਾਦ